ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਅਦੁੱਤੀ ਗੁਰੂ ਨਾਨਕ ਦੇਵਾ, ਓੰਕਾਰ ਅੰਗਦ ਅਭੇਵਾ। ਸਤਿਨਾਮ ਗੁਰੂ ਅਮਰ ਪਿਆਰੇ, ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜੁਨ ਗਤ ਬਾਨੀ, ਨਿਰਭਉ ਹਰਿ ਗੋਬਿੰਦ ਬਖਾਨੀ। ਨਿਰਵੈਰ ਸ੍ਰੀ ਗੁਰੂ ਹਰਿ ਰਾਏ, ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ, ਸੈਭੰ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਹਰਿਆਰੇ। ਗੁਰ ਨਾਨਕ ਜਿਨ ਸੁਣਿਆ ਪੀਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਭੂਖ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੋ ਸੁਨੈ, ਜਬ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਚਣ ਸੁਹੇਲੇ। ਰਾਖਹੁ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਬੁਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਸਤਿਗੁਰਾਂ ਦੀ ਸਾਜੀ ਨਿਵਾਜੀ ਔਰ ਅਤ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗੀ ਸਮਾਂ ਹੈ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਬੈਠੇ ਹੋ, ਬੜੇ ਵਡਭਾਗੀ ਹੋ। ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਜੀਵਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ ਹਨ। ਬੜੀ ਕਿਰਪਾ ਮਿਹਰਾਮਤ ਹੈ ਸਤਿਗੁਰਾਂ ਦੀ। ਗੁਰਮੁਖ ਜਨਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ, ਭਾਵ ਭਾਵਨੀ ਦੇ ਨਾਲ ਗੁਰਬਾਣੀ ਨਿਤਨੇਮ ਦੇ ਜਾਪ ਆਪ ਸੰਗਤ ਨੂੰ ਸਰਵਣ ਕਰਵਾਏ ਨੇ। ਆਪ ਸੰਗਤ ਨੇ ਸਤਿਕਾਰ ਦੇ ਨਾਲ ਸਰਵਣ ਕੀਤੇ ਹਨ। ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ। ਜੋ ਲੜੀਵਾਰ ਸ੍ਰੀ ਆਸਾ ਜੀ ਕੀ ਵਾਰ ਕੀ ਕਥਾ ਪ੍ਰਰੰਭ ਹੈ, ਉਹਦੇ ਨਾਲ ਜੁੜੀਏ। ਸਤਿਗੁਰੂ ਜੀ ਨਾਵੇਂ ਸ਼ਲੋਕ ਦੇ ਵਿੱਚ, ਨਾਵੀਂ ਪੌੜੀ ਦੇ ਅੰਦਰ ਕੀ ਪਾਵਨ ਉਪਦੇਸ਼ ਬਖਸ਼ਦੇ ਨੇ। ਸਰਵਣ ਕਰਨ ਦੇ ਵਾਸਤੇ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ। ਪ੍ਰੇਮ ਸਤਿਕਾਰ ਦੇ ਵਿੱਚ ਭਿੱਜ ਕੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਧੰਨ ਜਗਤ ਸੁਆਮੀ ਜਗਤ ਦੇ ਕਰਤਾ ਪੁਰਖ ਗੁਰੂ ਨਾਨਕ ਦੇਵ ਜੀ ਨਿਰੰਕਾਰ ਪਰਮਾਤਮਾ ਜੀ। ਪਵਿੱਤਰ ਅਕਾਲੀ ਬਾਣੀ ਸ੍ਰੀ ਆਸਾ ਜੀ ਕੀ ਵਾਰ ਕੇ ਅੰਦਰ ਨਾਵੇਂ ਸ਼ਲੋਕ ਦੇ ਅੰਦਰ ਪਾਵਨ ਉਪਦੇਸ਼ ਬਖਸ਼ ਰਹੇ ਹਨ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਆਮ ਤੌਰ ਤੇ ਸੰਪਰਦਾਵਾਂ ਦੇ ਵੱਲੋਂ ਦੋ ਅਰਥ ਨਿਕਲਦੇ ਨੇ, ਦੋ ਉਥਾਨਕਾਂ ਬੰਨੀਆਂ ਨੇ। ਪਹਿਲੀ ਉਥਾਨਕਾ ਜਿਵੇਂ ਕਿ ਪਹਿਲੇ ਸ਼ਲੋਕ ਤੋਂ ਲੈ ਕੇ ਨਾਵੇਂ ਸ਼ਲੋਕ ਤੱਕ ਪਾਕ ਪਟਨਮ ਦੀ ਧਰਤੀ ਜਿੱਥੇ ਸਤਿਗੁਰਾਂ ਨੇ ਜਗਤ ਜਲੰਦੇ ਨੂੰ ਤਾਰਿਆ, ਕਿਰਪਾ ਮਿਹਰਾਮਤ ਵਰਸਾਈ, ਉੱਥੇ ਸੇਖ ਬ੍ਰਹਮ ਜੀ ਦੇ ਨਾਲ ਜਿਹੜੇ ਵਚਨ ਵਿਲਾਸ ਹੋਏ, ਸੇਖ ਬ੍ਰਹਮ ਜੀ ਨੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਕਿਰਪਾ ਵਰਤਾਈ। ਇੱਕ ਤੇ ਇਹ ਉਥਾਨਕਾ ਹੁੰਦੀ ਹੈ। ਦੂਸਰੀ ਸਾਖੀ ਜੁੜਦੀ ਹੈ ਕਿ ਜਦੋਂ ਸਤਿਗੁਰੂ ਜੀ ਕਸ਼ਮੀਰ ਦੇ ਵਿੱਚ ਗਏ, ਉੱਥੇ ਇੱਕ ਬੜਾ ਹੰਕਾਰੀ ਪੰਡਤ ਸੀ ਜਿਹਨੇ ਵਿੱਦਿਆ ਬਹੁਤ ਪੜ੍ਹੀ ਸੀ। ਵਿੱਦਿਆ ਪੜ੍ਹ ਕੇ ਤੇ ਗੱਡੇ ਲੱਦ ਕੇ ਕਿਤਾਬਾਂ ਦੇ ਲੈ ਆ ਰਿਹਾ ਸੀ। ਰਾਸਤੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਿਲ ਗਏ ਤੇ ਉਸਨੇ ਮਹਾਰਾਜ ਸਾਹਿਬ ਜੀ ਨਾਲ ਵੀ ਚਰਚਾ ਕਰਨੀ ਚਾਹੀ, ਪਰ ਸਤਿਗੁਰੂ ਜੀ ਨੇ ਕਿਹਾ ਕਿ ਤੇਰਾ ਅੰਦਰੋਂ ਮਨ ਨਹੀਂ ਟਿਕਿਆ। ਕਿਤਾਬਾਂ ਭਾਵੇਂ ਤੂੰ ਜਿੰਨੀਆਂ ਮਰਜ਼ੀ ਪੜ੍ਹੀਆਂ ਪਰ ਤੇਰਾ ਮਨ ਨਹੀਂ ਟਿਕਿਆ, ਤੂੰ ਅਜੇ ਗੁਰੂ ਨਹੀਂ ਧਾਰਨ ਕੀਤਾ ਕੋਈ। ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਾ, ਜੋ ਕੁਝ ਮਰਜ਼ੀ ਕਰ ਲਾ, ਭਾਵੇਂ ਵੇਦਾਂ ਦਾ ਅਭਿਆਸ ਕਰ ਲਾ, ਭਾਵੇਂ ਸੁਰਤੀਆਂ ਨੂੰ ਕੰਠ ਕਰ ਲਾ, ਭਾਵੇਂ ਪੁਰਾਣਾਂ ਦਾ ਪਾਠੀ ਬਣ ਜਾ, ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਗੁਰੂ ਨਹੀਂ ਨਾ ਧਾਰਨ ਕਰਦਾ ਤੇਰਾ ਪਾਰ ਉਤਾਰਾ ਨਹੀਂ। ਗੁਰਮਤਿ ਨੇ ਵੀ ਕਿਹਾ ਹੈ, ਸਤਿਗੁਰਾਂ ਦੀ ਗੁਰਬਾਣੀ ਵੀ ਵਰਣਨ ਕਰਦੀ ਹੈ, ਨਿਗੁਰੇ ਕਾ ਹੈ ਨਾਮ ਬੁਰਾ। ਜਿਹਦਾ ਕੋਈ ਗੁਰੂ ਨਹੀਂ ਉਹਦਾ ਤੇ ਨਾਂ ਲੈਣਾ ਵੀ ਕਹਿੰਦੇ ਬੁਰਾ ਹੈ। ਨਿਗੁਰੇ ਦੇ ਤਾਂ ਬਾੜੀ ਮਾੜੀ ਹਾਲਤ ਸਤਿਗੁਰਾਂ ਨੇ ਦੱਸੀ ਹੈ। ਇਸ ਕਰਕੇ ਉਹ ਪੰਡਤ ਦੇ ਹਿਰਦੇ ਵਿੱਚ ਗੱਲ ਵੱਜੀ ਕਿ ਸੱਚੀ ਮੈਂ ਗੁਰੂ ਨਹੀਂ ਕੋਈ ਧਾਰਨ ਕੀਤਾ। ਮਹਾਰਾਜ ਸਾਹਿਬ ਨੂੰ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੀ ਕਿਰਪਾ ਕਰੋ, ਆਪ ਦੀ ਕਿਰਪਾ ਮਿਹਰਾਮ ਕਰਕੇ ਮੈਨੂੰ ਦੱਸੋ ਕਿ ਮੈਂ ਗੁਰੂ ਕਿਹੜਾ ਧਾਰਨ ਕਰਾਂ। ਸਾਹਮਣੇ ਇੱਕ ਬੜੀ ਉੱਚੀ ਪਹਾੜੀ ਸੀ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਪਹਾੜੀ ਤੇ ਤਿੰਨ ਮਹਾਤਮਾ ਬੈਠੇ ਨੇ, ਉਹਨਾਂ ਕੋਲ ਚਲ ਜਾ, ਉਹ ਤੈਨੂੰ ਦੱਸਣਗੇ ਤੂੰ ਗੁਰੂ ਕਿਹੜਾ ਧਾਰਨ ਕਰ। ਉਹ ਸਤਿਗੁਰਾਂ ਦਾ ਬਚਨ ਮੰਨ ਕੇ ਪਹਾੜੀ ਵੱਲ ਤੁਰ ਪਿਆ। ਜਦੋਂ ਜਾ ਕੇ ਵੇਖਿਆ ਉੱਥੇ ਤਿੰਨ ਮਹਾਤਮਾ ਬੈਠੇ ਨੇ। ਜਿਵੇਂ ਵਰਣਨ ਆਉਂਦਾ ਹੈ ਕਿ ਉਹ ਤਿੰਨ ਮਹਾਤਮਾ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ ਸੀ, ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਸੀ। ਤੇ ਸਤਿਗੁਰਾਂ ਨੇ ਉਹਨਾਂ ਦੇ ਕੋਲ ਉਹਨੂੰ ਬਾਹਮਣ ਪੰਡਤ ਨੂੰ ਭੇਜਿਆ। ਉਹ ਪੰਡਤ ਪੁੱਛਣ ਲੱਗਾ ਕਿ ਮੈਂ ਗੁਰੂ ਧਾਰਨ ਕਰਨਾ ਹੈ ਮਹਾਤਮਾ, ਆਪ ਜੀ ਕਿਰਪਾ ਕਰਕੇ ਦੱਸੋ ਕਿ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਉਹ ਮਹਾਤਮਾ ਨੇ ਉੱਤੇ ਵੱਲ ਇਸ਼ਾਰਾ ਕਰ ਦਿੱਤਾ ਕਿ ਤੇਰਾ ਗੁਰੂ ਤੇ ਉੱਤੇ ਬੈਠਾ ਹੈ, ਜਾ ਉੱਤੇ ਜਾ ਕੇ ਦਰਸ਼ਨ ਕਰ ਲਾ। ਜੇ ਤੇਰਾ ਗੁਰੂ ਮੰਨਦਾ ਹੈ ਤੇ ਉਹਨੂੰ ਗੁਰੂ ਧਾਰਨ ਕਰ ਲੈ। ਉਹ ਬੜੇ ਚਾਅ ਦੇ ਵਿੱਚ ਪਹਾੜੀ ਦੇ ਉੱਤੇ ਚੜਾ ਗਿਆ। ਜਦੋਂ ਉੱਤੇ ਜਾ ਕੇ ਵੇਖਿਆ, ਇੱਕ ਲਾਲ ਕੱਪੜੇ ਪਾਈ ਇੱਕ ਇਸਤਰੀ ਖਲੋਤੀ ਹੈ ਉੱਥੇ ਦੇਵੀ ਰੂਪ ਧਾਰਨ ਕਰਕੇ। ਉਹਨੇ ਕਿਹਾ ਕਿ ਮੈਂ ਪ੍ਰੇਮ ਸਤਿਕਾਰ ਦੇ ਨਾਲ ਨਮਸਕਾਰ ਕਰਦਾ ਹਾਂ, ਮੈਂ ਇਹਨਾਂ ਨੂੰ ਗੁਰੂ ਧਾਰਨ ਕਰਨਾ ਹੈ, ਇਹਨਾਂ ਨੇ ਮੈਨੂੰ ਮੁਕਤੀ ਦਾ ਰਾਹ ਦੱਸਣਾ ਹੈ। ਜਦੋਂ ਬਾਹਮਣ ਨੇ ਇਸਤਰੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਨਾ, ਉਹਦਾ ਮੱਥਾ ਰੱਖਿਆ, ਉਹ ਇਸਤਰੀ ਜਿਹੜੀ ਸੀ ਉਹਨੇ ਆਪਦੀਆਂ ਚੱਪਲਾਂ ਲਾ ਲਈਆਂ ਤੇ ਪੰਡਤ ਨੂੰ ਕੁੱਟਣ ਲੱਗ ਪਈ। ਬੜੀ ਬੁਰੀ ਹਾਲਤ ਕੀਤੀ ਉਹਦੀ। ਪੰਡਤ ਜਿਹੜਾ ਸੀ ਡਰਦਾ ਮਾਰਾ ਫਿਰ ਥੱਲੇ ਹੀ ਆ ਗਿਆ। ਉਹਦੀ ਮਾੜੀ ਹਾਲਤ ਵੇਖ ਕੇ ਮਹਾਤਮਾ ਸੀ ਜਿਹੜੇ ਉਹ ਹੱਸਣ ਲੱਗ ਪਏ ਕਿ ਤੇਰੀ ਇੰਨੀ ਮਾੜੀ ਹਾਲਤ ਕਿਹਨੇ ਕੀਤੀ। ਉਹ ਕਹਿਣ ਲੱਗਾ ਕਿ ਤੁਸੀਂ ਤੇ ਮਹਾਤਮਾ ਜੀ ਹੱਸ ਰਹੇ ਹੋ,
ਜਦੋਂ ਮੈਂ ਪਹਾੜੀ ਦੇ ਉੱਤੇ ਗਿਆ, ਮੈਂ ਇਸਤਰੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਉਹਨੇ ਅੱਗੋਂ ਮੈਨੂੰ ਚੱਪਲਾਂ ਮਾਰੀਆਂ, ਕੁੱਟਿਆ ਮੈਨੂੰ। ਉਹ ਜਿਹੜੇ ਤਿੰਨ ਮਹਾਤਮਾ ਸੀ ਉਹ ਕਹਿਣ ਲੱਗੇ ਕਿ ਇਹੋ ਹੀ ਤੇਰਾ ਗੁਰੂ ਹੈ। ਉਹ ਮਾਇਆ ਸੀ, ਮਾਇਆ ਨੇ ਇਸਤਰੀ ਦਾ ਰੂਪ ਧਾਰਨ ਕੀਤਾ ਸੀ, ਕਿਉਂਕਿ ਤੂੰ ਤੇ ਮਾਇਆ ਦਾ ਦਾਸੀ ਬਣਿਆ ਹੈ, ਮਾਇਆ ਦਾ ਦਾਸ ਬਣੇ ਫਿਰਦਾ ਹੈ, ਮਾਇਆ ਦੇ ਵਿੱਚ ਖਚਤ ਹੈ। ਤੈਨੂੰ ਕੋਈ ਹੋਰ ਗੁਰੂ ਲੱਭਣ ਦੀ ਲੋੜ ਨਹੀਂ ਸੀ ਉਸ ਸਮੇਂ, ਕਿਉਂਕਿ ਜੇ ਤੈਨੂੰ ਮਾਇਆ ਦੇ ਕੋਲ ਨਾ ਭੇਜਦੇ, ਉਹਨੇ ਤੈਨੂੰ ਸੋਝੀ ਨਹੀਂ ਕਰਾਉਣੀ ਸੀ ਤੇ ਤੈਨੂੰ ਸੋਝੀ ਆਉਣੀ ਨਹੀਂ ਸੀ। ਫਿਰ ਪੰਡਤ ਕਹਿਣ ਲੱਗਾ ਕਿ ਮਹਾਤਮਾ ਜੀ, ਮੈਨੂੰ ਸੋਝੀ ਆਈ ਹੈ ਕਿ ਮੈਂ ਵਿਦਿਆ ਪੜ੍ਹ ਕੇ ਵੀ ਮਾਇਆ ਦੇ ਵਿੱਚ ਖਚਤ ਰਿਹਾ। ਹੁਣ ਮੈਨੂੰ ਕਿਰਪਾ ਕਰਕੇ ਦੱਸੋ ਕਿ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਉਹ ਜਿਹੜੇ ਤਿੰਨ ਮਹਾਤਮਾ ਸਨ ਕਹਿਣ ਲੱਗੇ ਕਿ ਤੂੰ ਜਗਤ ਸੁਆਮੀ ਗੁਰੂ ਨਾਨਕ ਦੇਵ ਜੀ ਨੂੰ ਥੱਲੇ ਛੱਡ ਕੇ ਆਇਆ ਹੈ, ਉਹਨਾਂ ਦੇ ਚਰਨਾਂ ਵਿੱਚ ਪੈ। ਉਹ ਕਲਯੁੱਗ ਕੇ ਜਹਾਜ਼ ਹਨ, ਜਗਤ ਦੇ ਸੁਆਮੀ ਹਨ, ਕਰਤਾ ਪੁਰਖ ਹਨ, ਉਹਨਾਂ ਦੇ ਚਰਨੀ ਪੈ ਜਾ ਕੇ। ਜੇ ਆਪਦੀ ਟੁੱਟੀ ਕੱਢਣੀ ਹੈ, ਜੇ ਗੁਰੂ ਦਾ ਮਿਲਾਪ, ਗੁਰੂ ਨਾਲ ਮਿਲਾਪ ਕਰਨਾ ਹੈ, ਫਿਰ ਸਤਿਗੁਰਾਂ ਦੇ ਚਰਨੀ ਪੈ, ਗੁਰੂ ਦੀ ਸ਼ਰਨ ਤੱਕ ਸੱਚੇ ਦੀ। ਉਹ ਮਹਾਤਮਾ ਕਹਿਣ ਲੱਗੇ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰਨੀ ਆਏ ਸਾਂ, ਪਰ ਉਹਨਾਂ ਨੇ ਤੈਨੂੰ ਸਾਡੇ ਕੋਲ ਭੇਜ ਦਿੱਤਾ, ਇਸ ਕਰਕੇ ਉਹਨਾਂ ਦੀ ਚਰਨ ਸ਼ਰਨ ਵਿੱਚ ਜਾ। ਉਹ ਬ੍ਰਾਹਮਣ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨੀ ਢਹਿ ਪਿਆ, ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਹਿਬ ਜੀ, ਮੈਂ ਹੰਕਾਰੀ ਵਿਕਾਰੀ ਹਾਂ, ਮੈਨੂੰ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ੋ, ਜਿਹਦੇ ਕਰਕੇ ਮੇਰਾ ਜਿਹੜਾ ਹੰਕਾਰ ਦੀ ਅੱਗ ਹੈ ਬੁਝ ਸਕੇ, ਮੇਰਾ ਹੰਕਾਰ ਜਿਹੜਾ ਹੈ ਉਹ ਟੁੱਟ ਸਕੇ, ਮਾਇਆ ਦੀ ਖਿੱਚ ਘੱਟ ਹੋਵੇ। ਫਿਰ ਉਸ ਪੰਡਤ ਦੀ ਬਾਬਤ ਸਾਰੇ ਸੰਸਾਰ ਨੂੰ ਜਗਤ ਸੁਆਮੀ ਗੁਰੂ ਨਾਨਕ ਦੇਵ ਜੀ ਉਪਦੇਸ਼ ਬਖਸ਼ਦੇ ਹਨ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਹੈ ਸਾਥ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਭਾਵੇਂ ਪੰਡਤ ਜੀ ਵਿਦਿਆ ਪੜ ਪੜ ਕੇ ਵਿਦਿਆ ਦੇ ਮਾਣ ਦੇ ਨਾਲ ਲੋਕਾਂ ਨੂੰ ਹਰਾ ਕੇ ਜਿੰਨੀਆਂ ਮਰਜ਼ੀ ਪੁਸਤਕਾਂ ਜਿੱਤ ਲਈਏ, ਇੰਨੀਆਂ ਜਿੱਤ ਲਈਏ ਕਿ ਗੱਡੇ ਭਰ ਜਾਣ। ਪੁਸਤਕਾਂ ਪੜ ਪੜ ਕੇ ਭਾਵੇਂ ਗੱਡੇ ਲੱਦ ਲਈਏ, ਤੇ ਜਿੱਥੇ ਗੱਡੇ ਨਾ ਚੱਲਣ ਉੱਥੇ ਕਹਿੰਦੇ ਭਾਵੇਂ ਜਿੱਥੇ ਊਠਾਂ ਦਾ ਕਾਫਲਾ ਚੱਲਦਾ ਹੈ ਨਾ ਰੇਗਿਸਤਾਨ ਦੇ ਅੰਦਰ, ਜੇ ਉੱਥੇ ਕਿਤੇ ਮੁਕਾਬਲਾ ਹੋ ਜਾਵੇ, ਉੱਥੇ ਕਿਤੇ ਕਿਸੇ ਨਾਲ ਚਰਚਾ ਹੋ ਜਾਵੇ, ਤੇ ਵਿਦਿਆ ਦੇ ਹੰਕਾਰ ਦੇ ਨਾਲ ਵਿਦਿਆ ਪੜ ਪੜ ਕੇ ਜਿਹੜੀਆਂ ਪੁਸਤਕਾਂ ਜਿੱਤੀਆਂ ਨੇ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਭਾਵੇਂ ਊਠਾਂ ਦੇ ਕਾਫਲਿਆਂ ਉੱਤੇ ਲੱਦ ਲਈਏ। ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਸਤਿਗੁਰੂ ਜੀ ਕਹਿੰਦੇ ਭਾਵੇਂ ਜਿੱਥੇ ਪਾਣੀ ਆ ਜੇ, ਹੁਣ ਪਾਣੀ ਦੇ ਵਿੱਚ ਨਾ ਤੇ ਊਠ ਚੱਲ ਸਕਦਾ ਹੈ ਤੇ ਨਾ ਹੀ ਗੱਡੇ ਚੱਲ ਸਕਦੇ ਨੇ, ਸਤਿਗੁਰੂ ਜੀ ਕਹਿੰਦੇ ਉੱਥੇ ਬੇੜੀ ਪਾ ਲਵੇ। ਤੇ ਜਿਹੜੀਆਂ ਪੁਸਤਕਾਂ ਪੁਰਾਣੀਆਂ ਹੋ ਜਾਣ, ਜ਼ਿਆਦੀਆਂ ਬਿਰਧ ਹੋ ਜਾਣ, ਉਹਨਾਂ ਨੂੰ ਕਹਿੰਦੇ ਕਿ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਲਈਏ। ਪੜੀਐ ਹੈ ਜੇਤੇ ਬਰਸ ਬਰਸ, ਪੜੀਐ ਹੈ ਜੇਤੇ ਮਾਸ। ਭਾਵੇਂ ਸਤਿਗੁਰੂ ਜੀ ਕਹਿੰਦੇ ਕਿ ਬਰਸ ਬਰਸ, ਜਿੰਨੀ ਸਾਡੀ ਉਮਰ ਦੇ ਸਾਲ ਹਨ, ਉਹਨਾਂ ਸਾਲਾਂ ਦੇ ਵਿੱਚ ਭਾਵੇਂ ਪੜ੍ਹੀ ਜਾਈਏ, ਜਿੰਨੇ ਸਾਡੀ ਉਮਰ ਦੇ ਵਿੱਚ ਮਹੀਨੇ ਹਨ, ਸਤਿਗੁਰੂ ਜੀ ਕਹਿੰਦੇ ਭਾਵੇਂ ਸਾਰੇ ਮਹੀਨੇ ਹੀ ਪੜ੍ਹੀ ਜਾਈਏ। ਪੜੀਐ ਜੇਤੀ ਆਰਜਾ, ਪੜੀਐ ਹੈ ਜੇਤੇ ਸਾਸ। ਜਿੰਨੀ ਵਾਹਿਗੁਰੂ ਨੇ ਆਰਜਾ ਲਿਖੀ ਹੈ, ਜਿੰਨੀ ਉਮਰ ਲਿਖੀ ਹੈ, ਸਾਰੀ ਉਮਰ ਹੀ ਪੜ੍ਹੀ ਜਾਈਏ। ਜਿੰਨੇ ਸਵਾਸ ਦਿੱਤੇ ਨੇ, ਜਿਹੜੇ ਸਵਾਸ ਨਾ ਘੱਟ ਹੋਣੇ ਨੇ ਨਾ ਵੱਧ ਹੋਣੇ ਨੇ, ਸਤਿਗੁਰੂ ਜੀ ਕਹਿੰਦੇ ਉਹ ਜਿੰਨੇ ਸਵਾਸ ਨੇ ਉਹ ਸਾਰੇ ਸਵਾਸਾਂ ਦੇ ਵਿੱਚ ਭਾਵੇਂ ਪੜ੍ਹੀ ਜਾਈਏ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਖ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਪੰਡਤ ਜੀ ਗੱਲ ਤੇ ਇੱਕ ਹੀ ਲੇਖੇ ਦੇ ਅੰਦਰ ਹੈ। ਕੀ ਗੱਲ ਲੇਖੇ ਦੇ ਅੰਦਰ ਹੈ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਨਾਵੈ ਨਾਹੀ ਕੋ ਥਾਓ। ਕਿ ਪੰਡਤ ਜੀ ਜੇ ਤੁਸੀਂ ਲੇਖਾ ਲਿਖਣਾ ਹੈ, ਲੇਖਾ ਇਹ ਹੈ ਕਿ ਨਾਮ ਜਪੋ ਉਸ ਵਾਹਿਗੁਰੂ ਦਾ, ਉਸ ਵਾਹਿਗੁਰੂ ਦੇ ਚਰਨਾਂ ਦੀ ਧੂੜੀ ਬਣ ਜਾਓ, ਇਹਦੇ ਵਿੱਚ ਹੀ ਲਾਭ ਹੈ। ਇਹੋ ਹੀ ਇੱਕ ਲੇਖਾ ਜਿਹੜਾ ਸਫਲਾ ਹੈ। ਹੋਰ ਹਉਮੈ ਝਖਣਾ ਝਾਕ। ਸਤਿਗੁਰੂ ਜੀ ਕਹਿੰਦੇ ਹੋਰ ਤੇ ਹਉਮੈ ਦੀਆਂ ਹੀ ਝੱਖਾਂ ਨੇ, ਇਹ ਤੇ ਬਾਕੀ ਝਖਣਾ ਕਹੀਏ ਕਿ ਫਾਲਤੂ ਗੱਲਾਂ ਨੇ।
ਇਹ ਤੇ ਹਉਮੈ ਦੇ ਬਾਦਵਾ ਹੈ। ਕੋਈ ਵਧੀਆ ਲੇਖਾ ਨਹੀਂ ਹੈ ਕਿ ਪੁਸਤਕਾਂ ਪੜ੍ਹ ਲਈਆਂ, ਵਿਦਿਆ ਪੜ੍ਹ ਲਈ, ਵਿਦਿਆ ਜ਼ਰੂਰ ਗ੍ਰਹਿਣ ਕਰਨੀ ਚਾਹੀਦੀ ਹੈ, ਪਰ ਜਿੰਨੀ ਵਿਦਿਆ ਪੜ੍ਹਾਂਗੇ ਜ਼ਿਆਦਾ ਗਾਂਹ ਦੀ ਗਾਂਹ ਫਿਰ ਹੰਕਾਰ ਵਿਕਾਰ ਪੈਦਾ ਹੋ ਜਾਂਦਾ ਹੈ ਕਿ ਮੇਰੇ ਜਿੰਨਾ ਤੇ ਕੋਈ ਪੜ੍ਹਿਆ ਹੀ ਨਹੀਂ। ਜਿਹੜੀ ਮੇਰੇ ਕੋਲ ਡਿਗਰੀ ਹੈ ਉਹ ਤੇ ਹੋਰ ਕਿਸੇ ਕੋਲ ਹੈ ਨਹੀਂ। ਸਤਿਗੁਰੂ ਜੀ ਕਹਿੰਦੇ ਕਿ ਇੰਨੀ ਵਿਦਿਆ ਪੜ੍ਹਨ ਦੇ ਨਾਲ ਹੰਕਾਰ ਵਿਕਾਰ ਪੈਦਾ ਹੋ ਜਾਂਦਾ ਹੈ, ਪਰ ਜਿੰਨੇ ਇੱਕ ਵਾਰੀ ਨਾਮ ਦਾ ਲੇਖਾ ਗ੍ਰਹਿਣ ਕਰ ਲਿਆ ਨਾ, ਨਾਮ ਨੂੰ ਆਪਦੇ ਹਿਰਦੇ 'ਚ ਵਸਾ ਲਿਆ, ਸਤਿਗੁਰੂ ਜੀ ਕਹਿੰਦੇ ਉਹ ਤੇ ਡਿਗਰੀਆਂ ਡੁਗਰੀਆਂ ਵਾਲਿਆਂ ਨੂੰ ਸਾਰਿਆਂ ਨੂੰ ਫੇਲ ਕਰ ਦਿੰਦਾ। ਜਿੰਨੇ ਇੱਕ ਵਾਰੀ ਨਾਮ ਜਪ ਕੇ ਵੇਖ ਲਿਆ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ ਉਹ ਕੋਈ ਇੰਨਾ ਪੜ੍ਹੇ ਨਹੀਂ ਹੁੰਦੇ। ਜਿੰਨੇ ਭਗਤ ਸਾਹਿਬਾਨ ਹੋਏ ਨੇ ਕੋਈ ਇੰਨਾ ਬਹੁਤੀ ਵਿਦਿਆ ਨਹੀਂ ਗ੍ਰਹਿਣ ਕੀਤੀ, ਪਰ ਜਦੋਂ ਵਾਹਿਗੁਰੂ ਦਾ ਨਾਮ ਜਪਿਆ, ਅੱਲਾ ਦੀ ਇਬਾਦਤ ਕੀਤੀ, ਉਹਦੀ ਬੰਦਗੀ ਭਜਨ ਦੇ ਵਿੱਚ ਜੁੜੇ, ਸਾਰੀ ਸ੍ਰਿਸ਼ਟੀ ਦਾ ਹੀ ਗਿਆਤ ਹੋ ਗਿਆ। ਬ੍ਰਹਮ ਗਿਆਨ ਕਹਿੰਦੇ ਨੇ ਜਿਹਨੂੰ ਵਾਹਿਗੁਰੂ ਦਾ ਗਿਆਨ ਹੋ ਜਾਵੇ, ਆਪਣੇ ਸਰੂਪ ਦੀ ਲਖਣਾ ਹੋ ਜਾਵੇ, ਆਪਣੇ ਸਰੂਪ ਦਾ ਪਤਾ ਲੱਗ ਜਾਵੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਾਨਕ ਲੇਖੈ ਇੱਕ ਗੱਲ, ਕਿ ਪੰਡਤ ਜੀ ਲੇਖੇ ਵਿੱਚ ਤੇ ਇੱਕੋ ਹੀ ਗੱਲ ਹੈ ਕਿ ਬਿਨ ਨਾਵੈ ਨਾਹੀ ਕੋ ਥਾਉ, ਬਿਨਾ ਨਾਮ ਤੋਂ ਕਿਸੇ ਦੇ ਕੋਲ ਕੋਈ ਥਾਂ ਨਹੀਂ। ਹੋਰ ਹਉਮੈ ਝਖਣਾ ਝਾਖ, ਹੋਰ ਤੇ ਹਉਮੈ ਦੇ ਜਿਹੜੇ ਵਾਦਵਾ ਵਾਲੀਆਂ ਗੱਲਾਂ ਨੇ ਉਹ ਤੇ ਫਾਲਤੂ ਹਨ। ਮਹੱਲਾ ਪਹਿਲਾ। ਲਿਖ ਲਿਖ ਪੜਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਇੱਥੋਂ ਤੱਕ ਪੰਡਤ ਦੇ ਨਾਲ ਕਸ਼ਮੀਰ ਦੇ ਵਿੱਚ ਵਾਰਤਾਲਾਪ ਹੋਈ। ਹੁਣ ਸੇਖ ਬ੍ਰਹਮ ਜੀ ਦੇ ਨਾਲ ਪਾਕਪਟਨਮ ਦੀ ਧਰਤੀ ਤੇ ਜੋ ਵਾਰਤਾਲਾਪ ਹੋਈ, ਪ੍ਰਸ਼ਨ ਉੱਤਰ ਹੋਏ, ਸਤਿਗੁਰਾਂ ਨੇ ਬੜੀ ਸੁੰਦਰ ਗੁਰਬਾਣੀ ਦੇ ਅੰਦਰ ਰਚਨਾ ਲਾਈ। ਉਹ ਫਰਮਾਨ ਕਰਦੇ ਹਨ, ਲਿਖ ਲਿਖ ਪੜਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਹੜਾ ਲਿਖ ਲਿਖ ਕੇ ਪੜ੍ਹਿਆ, ਭਾਵ ਕਿ ਲਿਖ ਲਿਖ ਕੇ ਪਹਿਲੋਂ ਵਿਦਿਆ ਪੜ੍ਹੀ, ਫਿਰ ਲਿਖਾਰੀ ਬਣ ਗਿਆ, ਫਿਰ ਲਿਖਾਰੀ ਬਣ ਕੇ ਪੁਸਤਕਾਂ ਲਿਖੀਆਂ, ਪੁਸਤਕਾਂ ਲਿਖ ਕੇ ਫਿਰ ਉਹਨਾਂ ਪੁਸਤਕਾਂ ਨੂੰ ਪੜ੍ਹਿਆ, ਤੇਤਾ ਕੜਿਆ। ਸਤਿਗੁਰੂ ਜੀ ਕਹਿੰਦੇ ਓਨਾ ਹੀ ਉਹ ਕੜ ਗਿਆ, ਓਨਾ ਹੀ ਬੰਧਨਾਂ ਦੇ ਵਿੱਚ ਪੈ ਗਿਆ। ਪਹਿਲੋਂ ਇੰਨੀ ਵਿਦਿਆ ਪੜ੍ਹੀ, ਇੰਨਾ ਕੁਝ ਕੀਤਾ, ਫਿਰ ਉਹ ਪੁਸਤਕਾਂ ਲਿਖਣ ਲੱਗ ਪਿਆ, ਲਿਖਾਰੀ ਬਣ ਗਿਆ। ਲਿਖਾਰੀ ਬਣ ਕੇ ਫਿਰ ਜਿਹੜੀ ਪੁਸਤਕ ਲਿਖੀ ਉਹਨੂੰ ਪੜ੍ਹ ਕੇ ਵੇਖਿਆ। ਮਹਾਰਾਜ ਸਾਹਿਬ ਜੀ ਕਹਿੰਦੇ ਤੇਤਾ ਕੜਿਆ, ਓਨਾ ਹੀ ਬੰਧਨਾਂ ਦੇ ਵਿੱਚ ਵੱਜ ਗਿਆ। ਬਹੁ ਤੀਰਥ ਭਵਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਈ ਜੀਵ ਤੇ ਸੰਸਾਰ ਦੇ ਇਹੋ ਜਿਹੇ ਨੇ ਕਿ ਸਾਰੀ ਉਮਰ ਹੀ ਤੀਰਥਾਂ ਦੇ ਭਰਮਦੇ ਫਿਰਦੇ ਨੇ, ਪਾਣੀ ਵਿੱਚ ਹੀ ਨਹਾਈ ਜਾਂਦੇ ਨੇ, ਸਾਰੀ ਉਮਰ ਲੰਘ ਜਾਂਦੀ ਹੈ, ਮਨ ਦੇ ਵਿੱਚ ਕੋਈ ਭਾਵਨਾ ਨਹੀਂ। ਇਹ ਨਹੀਂ ਕਿ ਅਸੀਂ ਰੱਬ ਦਾ ਨਾਮ ਜਪ ਲਈਏ, ਇਹੋ ਹੀ ਭਾਵਨਾ ਰੱਖਦੇ ਨੇ ਅਸੀਂ ਇਸ਼ਨਾਨ ਕਰ ਲਈਏ 68 ਤੀਰਥਾਂ ਤੇ। ਹਿੰਦੂ ਮਤ ਦੇ ਵਿੱਚ 68 ਤੀਰਥ ਮੰਨੇ ਜਾਂਦੇ ਨੇ। ਹਜੇ ਵੀ ਕਈ ਕਰਮਕਾਂਡੀ ਹੈਗੇ ਨੇ ਗੁਰੂ ਦੇ ਸਿੱਖ ਬਣ ਕੇ ਵੀ 68 ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਮਨ ਦੇ ਵਿੱਚ ਕੋਈ ਭਾਵਨਾ ਨਹੀਂ। ਤੀਰਥ ਨਹੀਂ ਝੂਠੇ ਸੰਗਤ ਜੀ, ਪਰ ਜਿੰਨਾ ਚਿਰ ਮਨ ਦੇ ਵਿੱਚ ਕੋਈ ਭਾਵਨਾ ਨਹੀਂ ਨਾ, ਫਿਰ ਸਤਿਗੁਰੂ ਜੀ ਫਰਮਾਨ ਕਰਦੇ ਹਨ, ਤੇਤੋ ਲਵਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਹੜੇ ਤੀਰਥਾਂ ਦੇ ਇਸ਼ਨਾਨ ਕਰ ਆਏ, ਤੇਤੋ ਲਵਿਆ ਬਹੁਤਾ ਜ਼ਿਆਦਾ ਬੋਲਦੇ ਨੇ, ਲਊ ਲਊ ਕਰਕੇ ਫਰਮਾਨ ਕਰਦੇ ਨੇ ਕਿ ਸਾਡੇ ਵਰਗੀ ਕੋਈ ਰੀਸ ਹੀ ਨਹੀਂ ਕਰ ਸਕਦਾ, ਕਿਉਂਕਿ 68 ਤੀਰਥ ਨੇ, ਬੜੀ ਦੂਰ ਦੂਰ ਨੇ, ਕੋਈ ਲਾਗੇ ਲਾਗੇ ਨਹੀਂ। ਤੇ ਜਿਹੜਾ ਇਹਨਾਂ ਦਾ ਇਸ਼ਨਾਨ ਕਰਾਉਂਦਾ ਉਹ ਹੰਕਾਰੀ ਵਿਕਾਰੀ ਬਣ ਜਾਂਦਾ, ਕੋਈ ਬਹੁਤੀ ਮੁਕਤੀ ਦੀ ਪ੍ਰਾਪਤੀ ਨਹੀਂ ਉਹਨੂੰ ਹੁੰਦੀ ਕਿ ਉਹ ਬ੍ਰਹਮ ਗਿਆਨੀ ਬਣ ਜਾਂਦਾ, ਕਿਉਂਕਿ ਅੰਦਰੋਂ ਮਨ ਸਾਫ਼ ਨਹੀਂ ਜਿੰਨਾ ਚਿਰ। ਸਤਿਗੁਰੂ ਜੀ ਕਹਿੰਦੇ ਉਹ ਬਹੁਤਾ ਬੋਲਦਾ ਹੈ, ਮੂੰਹ ਉਹਦਾ ਚੁੱਪ ਨਹੀਂ ਰਹਿੰਦਾ, ਤੇ ਕਹਿੰਦਾ ਮੈਂ ਤੀਰਥਾਂ ਤੇ ਇਸ਼ਨਾਨ ਕਰ ਆਇਆ। ਗੁਰਮਤਿ ਦਾ ਸਿਧਾਂਤ ਹੈ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਕਿਉਂਕਿ ਬਹੁਤਾ ਨਹੀਂ ਬੋਲਣਾ ਚਾਹੀਦਾ, ਜਿੰਨਾ ਜ਼ਿਆਦਾ ਬੋਲਾਂਗੇ ਓਨਾ ਜ਼ਿਆਦਾ ਵਿਵਾਦ ਖੜਾ ਹੋਵੇਗਾ, ਝਗੜੇ ਵੀ ਓਨੇ ਵਧਣਗੇ। ਜ਼ਿਆਦਾ ਬੋਲਣ ਦੇ ਨਾਲ ਕਈ ਵਾਰੀ ਗੱਲ ਵੀ ਉਹੋ ਜਿਹੀ ਹੋ ਜਾਂਦੀ ਹੈ ਜਿਹਦੇ ਨਾਲ ਬੜਾ ਵੱਡਾ ਰੱਟਾ ਪੈ ਜਾਂਦਾ, ਲੜਾਈ ਪੈ ਜਾਂਦੀ ਹੈ। ਇਸ ਕਰਕੇ ਗੁਰਮਤਿ ਦਾ ਸਿਧਾਂਤ ਹੈ, ਬਹੁਤਾ ਬੋਲਣ ਝੱਖਣ ਹੋਏ। ਇਹ ਬਹੁਤਾ ਬੋਲਣਾ ਤੇ ਝੱਖਣਾ ਹੀ ਹੈ, ਕੋਈ ਬਹੁਤੀ ਵਧੀਆ ਗੱਲ ਨਹੀਂ। ਇਸ ਕਰਕੇ ਜਿਹੜੇ ਤੀਰਥਾਂ ਤੇ ਇਸ਼ਨਾਨ ਵੀ ਕਰ ਆਏ, ਪਰ ਸਤਿਗੁਰੂ ਜੀ ਕਹਿੰਦੇ ਬੋਲਣੋਂ ਨਹੀਂ ਹਟੇ।
ਬਹੁ ਭੇਖ ਕੀਆ ਦੇਹੀ ਦੁਖ ਦੀਆ। ਕਈ ਇਹੋ ਜਿਹੇ ਨੇ ਦੁਨੀਆ ਤੇ ਬੜੇ ਤਰ੍ਹਾਂ ਦੇ ਭੇਖ ਕਰਦੇ ਨੇ। ਜਿਵੇਂ ਸਾਡੇ ਪੰਥ ਦੇ ਵਿੱਚ ਹੀ ਅੱਜ ਕੱਲ੍ਹ ਰਵਾਇਤਾਂ ਚੱਲ ਪਈਆਂ, ਕਦੀ ਕੇਸਕੀ ਬੀਬੀਆਂ ਨੇ ਲਾਹ ਤੇ ਕਦੀ ਬੰਨ੍ਹ ਲਈ, ਕਦੀ ਤੇ ਬਾਣਾ ਪਾ ਲਿਆ ਮਾਤਾ ਸਾਹਿਬ ਦੇਵਾ ਕੌਰ ਜੀ ਵਾਲਾ, ਤੇ ਕਦੀ ਪੈਂਟਾਂ ਸ਼ਰਟਾਂ ਪਾ ਲਈਆਂ। ਇਹ ਬੜੇ ਭੇਖ ਸਾਡੇ ਪੰਥ ਵਿੱਚ ਹੀ ਚੱਲ ਪਏ ਨੇ। ਗੁਰਮੁਖ ਜਾਣੀ ਇਸ ਪ੍ਰਕਾਰ ਕਰਦੇ ਨੇ, ਕਦੀ ਤੇ ਸਤਿਗੁਰਾਂ ਦਾ ਬਖਸ਼ਿਆ ਬਾਣਾ ਪਾ ਲਿਆ ਤੇ ਕਦੀ ਅੰਗਰੇਜ਼ਾਂ ਦੀਆਂ ਪੈਂਟਾਂ ਸ਼ਰਟਾਂ ਪਾ ਲਈਆਂ। ਬਹੁ ਭੇਖ ਕੀਆ, ਬੜੇ ਜ਼ਿਆਦੇ ਭੇਖ ਕਰਦੇ ਨੇ, ਕੋਈ ਇੱਕ ਭੇਖ ਨਹੀਂ ਕਰਦੇ। ਪਰ ਗੁਰਬਾਣੀ ਦਾ ਸਿਧਾਂਤ ਹੈ, ਗੁਰਬਾਣੀ ਪ੍ਰਮਾਣ ਕਰਦੀ ਹੈ ਦੇਹੀ ਦੁੱਖ ਦੀਆ। ਸਤਿਗੁਰੂ ਜੀ ਕਹਿੰਦੇ ਭੇਖ ਕਰਨ ਦੇ ਨਾਲ ਵੀ ਦੇਹੀ ਨੂੰ ਦੁੱਖ ਮਿਲਦਾ ਹੈ। ਇਹ ਕਦੀ ਤੇ ਕੇਸਕੀ ਲਾਹ ਲਈ ਤੇ ਕਦੀ ਬੰਨ੍ਹ ਲਈ, ਕਦੀ ਬਾਣਾ ਪਾ ਲਿਆ ਤੇ ਜਦੋਂ ਜੀ ਕੀਤਾ ਉਦੋਂ ਪੈਂਟ ਸ਼ਰਟ ਪਾ ਲਈ, ਫਿਰ ਜਦੋਂ ਕਿਤੇ ਪ੍ਰੋਗਰਾਮ ਆਇਆ ਧਾਰਮਿਕ ਜਿਹਾ ਉਦੋਂ ਫਿਰ ਬਾਣਾ ਪਾ ਲਿਆ। ਸਤਿਗੁਰੂ ਜੀ ਕਹਿੰਦੇ ਜਿਹੜੇ ਭੇਖ ਵਾਲੇ ਬਣਾਉਂਦੇ ਨੇ ਨਾ, ਉਹਨਾਂ ਨੂੰ ਤੇ ਦੇਹੀ ਨੂੰ ਦੁੱਖ ਹੀ ਮਿਲਿਆ ਹੈ, ਸੁਖੀ ਨਹੀਂ ਰਹੇ ਉਹ। ਸਹੋ ਵੇ ਜੀਆ ਆਪਣਾ ਕੀਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਐ ਜੀ ਹੁਣ ਸਹਿ ਦੁੱਖ ਨੂੰ, ਜਿਹੜਾ ਦੁੱਖ ਤੂੰ ਆਪਦੇ ਤੇ ਆਪਦੇ ਕਰਮਾਂ ਕਰਕੇ ਲਿਆ ਨਾ, ਆਪਣਾ ਕੀਆ, ਜਿਹੜਾ ਤੂੰ ਆਪਣੇ ਆਪ ਕੀਤਾ। ਤੀਰਥਾਂ ਦੇ ਭਰਮ ਆਇਆ, ਕਹਿੰਦਾ ਕਿ ਮੈਂ ਬੜਾ ਸੱਚਮ ਵਾਲਾ ਹੋ ਗਿਆ, ਮੈਂ ਪਵਿੱਤਰ ਹੋ ਗਿਆ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਬਹੁਤਾ ਬੋਲਣੋਂ ਤੇ ਹਟਿਆ ਨਹੀਂ, ਤੇਰਾ ਮੂੰਹ ਤੇ ਤੇਰੇ ਕੰਟਰੋਲ 'ਚ ਨਹੀਂ ਹੈ, ਤੂੰ ਪਵਿੱਤਰ ਕਿੱਥੋਂ ਹੋ ਗਿਆ। ਸਤਿਗੁਰੂ ਜੀ ਕਹਿੰਦੇ ਕਿ ਸਹੋ ਵੇ ਜੀਆ, ਐ ਜੀ ਆਪਦਾ ਦੁੱਖ ਹੁਣ ਆਪ ਹੀ ਸਹਿ। ਪਹਿਲੋਂ ਤਾਂ ਇੰਨੇ ਭੇਖ ਕਰ ਲਏ, ਉੱਥੇ ਪੰਜ ਪਿਆਰੇ ਸਿੰਘ ਸਾਹਿਬਾਂ ਸਾਹਮਣੇ ਕਹਿੰਦਾ ਕਿ ਮੈਂ ਸਾਰੇ ਜਿਹੜੇ ਰੂਲ ਹਨ ਖਾਲਸੇ ਪੰਥ ਦੇ ਉਹਨਾਂ ਨੂੰ ਮੰਨਾਂ, ਪੰਜ ਕਕਾਰਾਂ ਦੀ ਰਹਿਤ ਰੱਖਾਂਗਾ, ਗੁਰਬਾਣੀ ਦਾ ਜਾਪ ਕਰਾਂਗਾ। ਪਰ ਸਤਿਗੁਰੂ ਜੀ ਕਹਿੰਦੇ ਫਿਰ ਕੀ ਹੋਇਆ, ਬਹੁ ਭੇਖ ਕੀਆ, ਬੜੇ ਜ਼ਿਆਦੇ ਭੇਖ ਕਰ ਲਏ। ਕਦੀ ਤੇ ਕੁਝ ਬਣ ਗਿਆ, ਕਦੀ ਕਿਸੇ ਜਗ੍ਹਾ ਤੇ ਬਹਿ ਗਿਆ ਤੇ ਕਦੀ ਗਾਤਰਾ ਪਾ ਲਿਆ, ਬੜੇ ਜ਼ਿਆਦੇ ਭੇਖ ਕੀਤੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੇ ਕਦੀ ਸੁੱਖ ਨਹੀਂ ਪਾਇਆ, ਦੁੱਖਾਂ ਦੀ ਪ੍ਰਾਪਤੀ ਹੋਈ ਹੈ। ਫਿਰ ਕਹਿੰਦੇ ਹਨ ਕਿ ਸਾਹੋ ਵੇ ਜੀਆ, ਐ ਜੀ ਜਿਹੜੇ ਤੂੰ ਦੁੱਖ ਪੈਦਾ ਕੀਤੇ ਨੇ ਉਹਨਾਂ ਨੂੰ ਆਪਣੇ ਆਪ ਹੀ ਸਹਿ। ਅੰਨ ਨਾ ਖਾਇਆ ਸਾਧ ਗਵਾਇਆ। ਕਈ ਇਹੋ ਜਿਹੇ ਨੇ ਪਤੀ ਸਤੀ ਕਿ ਵਰਤ ਰੱਖ ਲੈਂਦੇ ਨੇ ਕਿ ਅਸੀਂ ਸੁੱਖ ਮੰਗਦੇ ਹਾਂ ਇੱਕ ਦੂਜੇ ਦੀ, ਪਰ ਗੁਰਬਾਣੀ ਦਾ ਫਰਮਾਨ ਇਸ ਤਰ੍ਹਾਂ ਸੁੱਖ ਨਹੀਂ ਮੰਗੀ ਜਾਂਦੀ, ਭੁੱਖੇ ਰਹਿ ਗਏ, ਇਹਦੇ ਦੁੱਖ ਹੀ ਲੱਗਦੇ ਨੇ। ਕਿਉਂਕਿ ਜੀਵ ਭੁੱਖਾ ਰਵੇਗਾ, ਅੰਨ ਪਾਣੀ ਨਹੀਂ ਛਕੇਗਾ, ਦੇਹੀ ਨੂੰ ਦੁੱਖ ਲੱਗੇਗਾ, ਬਿਮਾਰ ਸ਼ਮਾਰ ਹੋ ਜਾਵੇਗਾ, ਅੰਦਰ ਗਰਮੀ ਪੈ ਜਾਵੇਗੀ। ਅੰਨ ਨਾ ਖਾਇਆ ਸਾਧ ਗਵਾਇਆ। ਫਿਰ ਕਈ ਵਾਰੀ ਕੀ ਹੁੰਦਾ, ਇੰਨੀਆਂ ਜ਼ਿਆਦੀਆਂ ਦਵਾਈਆਂ ਖਾ ਕੇ ਮੂੰਹ ਦਾ ਸਵਾਦ ਹੀ ਬਦਲ ਜਾਂਦਾ, ਕਿਉਂਕਿ ਪਹਿਲੋਂ ਤਾਂ ਇੱਕ ਦੂਜੇ ਦੀ ਸੁੱਖ ਮੰਗਦੇ ਰਹੇ, ਅਸੀਂ ਭੁੱਖੇ ਰਹਿੰਦੇ ਹਾਂ। ਉਹ ਤੰਦਰੁਸਤ ਰਵੇ, ਮੈਂ ਤੰਦਰੁਸਤ ਰਵਾਂ, ਇਹਦੇ ਚੱਕਰਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਸਾਧ ਗਵਾਇਆ। ਆਪਦੇ ਮੂੰਹ ਦਾ, ਜ਼ਿੰਦਗੀ ਦਾ ਜਿੰਨਾ ਸਵਾਦ ਸਾਰਾ ਗਵਾ ਲੈਂਦੇ ਨੇ। ਬਹੁ ਦੁੱਖ ਪਾਇਆ ਦੂਜਾ ਪਾਇਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਬੜਾ ਦੁੱਖ ਪਾਇਆ ਉਹਨਾਂ, ਸੁੱਖ ਨਹੀਂ ਪਾਇਆ। ਕਿੰਨਾ ਨਹੀਂ ਸੁੱਖ ਪਾਇਆ, ਦੂਜਾ ਪਾਇਆ। ਜਿਨ੍ਹਾਂ ਨੇ ਦੂਜੇ ਭਾਅ ਦੇ ਵਿੱਚ ਲੱਗੇ ਕਿ ਤੜਕੇ ਤੇ ਆ ਗਏ 4 ਵਜੇ ਗੁਰੂ ਘਰ, ਤੇ ਜਦੋਂ ਵੱਜੇ 6 ਉਦੋਂ ਮੜੀ ਮਸਾਣੀ ਤੇ ਜਾ ਕੇ ਦੀਵਾ ਜਗਾਤਾ। ਜਦੋਂ 10 ਵਜੇ ਉਦੋਂ ਮੰਦਿਰ ਚਲੇ ਗਏ, ਥੋੜਾ ਜਿਹਾ ਸਮਾਂ ਹੋਰ ਬਦਲਿਆ ਤੇ ਫਿਰ ਮਸਜਿਦ ਦੇ ਵਿੱਚ ਚਲੇ ਗਏ ਕਿ ਸਾਰੇ ਪਾਸੇ ਤੁਰੀ ਫਿਰਦੇ ਨੇ, ਇੱਕ ਦੇ ਲੜ ਨਹੀਂ ਲੱਗੇ। ਦੂਜਾ ਭਾਇਆ, ਜਿਨ੍ਹਾਂ ਦਾ ਦੂਜੇ ਭਾਏ ਪਿਆਰ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਚਾਈ ਤਰ੍ਹਾਂ ਮੰਨਦੇ ਨਹੀਂ, ਸਾਰੇ ਪਾਸੇ ਤੁਰੀ ਫਿਰਦੇ ਨੇ ਕਿਤੋਂ ਲਾਭ ਮਿਲ ਜੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਬੜਾ ਜ਼ਿਆਦਾ ਦੁੱਖ ਪਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਖੁਦ ਖੁਦਾ ਨੇ। ਬਾਕੀ ਜਿਹੜੇ ਨੇ ਨਿੰਦਿਆ ਨਹੀਂ ਕਰਦੇ ਉਹਨਾਂ ਦੀ, ਪਰ ਤਾਂ ਵੀ ਪਿਓ ਪਿਓ ਹੁੰਦਾ ਤੇ ਪੁੱਤ ਪੋਤੀ ਹੁੰਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਓ ਨੇ ਤੇ ਪੁੱਤ ਪੋਤੀ ਹੋਣਗੇ। ਇਹ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪੁੱਤ ਧੀਆਂ ਹਾਂ। ਗੁਰੂ ਗ੍ਰੰਥ ਸਾਹਿਬ ਜੀ ਪਿਓ ਹਨ, ਮਰਦ ਕਮੜੇ ਹਨ। ਇਸ ਕਰਕੇ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ, ਜਿਨ੍ਹਾਂ ਨੇ ਦੂਜੇ ਭਾਈ ਦੇ ਵਿੱਚ ਪਿਆਰ ਲਾਇਆ, ਪਿਓ ਨੂੰ ਛੱਡ ਕੇ ਹੋਰ ਮੜੀਆਂ ਮਸਾਣੀਆਂ ਤੇ ਤੁਰੀ ਫਿਰੇ, ਕਬਰਾਂ ਤੇ ਮੱਥੇ ਟੇਕੀ ਗਏ ਤੇ ਦਾਤਾਂ ਫੇਰ ਦੇਗ ਬਣਵਾ ਕੇ ਗੁਰੂ ਘਰ ਕਿ ਮਹਾਰਾਜ ਸਾਹਿਬ ਜੀ ਸਾਨੂੰ ਬਖਸ਼ ਲਓ, ਸਾਨੂੰ ਤਾਰ ਦਿਓ।
ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅਰਦਾਸ ਕਰਤੀ, ਦੇਗ ਬਣਵਾ ਕੇ ਸ਼ਾਮਾਂ ਨੂੰ ਫੇਰ ਮੜੀਆਂ, ਫੇਰ ਉਹੀ ਭੇਖ ਕਰ ਲਿਆ। ਪਰ ਸਤਿਗੁਰੂ ਜੀ ਕਹਿੰਦੇ ਦੂਜਾ ਭਾਇਆ, ਜਿਨ੍ਹਾਂ ਨੇ ਦੂਜੇ ਭਾਏ ਪਿਆਰ ਕੀਤਾ ਨਾ, ਬਹੁਤਾ ਜ਼ਿਆਦਾ ਦੁੱਖ ਪਾਇਆ ਹੈ। ਬਸਤਰ ਨਾ ਪਹਿਰੈ। ਕਈ ਇਹੋ ਜਿਹੇ ਨੇ ਸੰਸਾਰ ਤੇ ਕਿ ਨੰਗੇ ਹੀ ਫਿਰਦੇ ਨੇ, ਬਸਤਰ ਨਹੀਂ ਪਹਿਨਦੇ। ਸਾਰੀ ਉਮਰ ਜਿਨ੍ਹਾਂ ਨੂੰ ਕਹਿੰਦੇ ਨੇ ਨਾਗੇ ਸਾਧੂ, ਸਾਧੂ ਤੇ ਕਾਹਦੇ ਨੇ, ਉਹ ਜੇ ਮਨ ਤੇ ਵਸ ਦੇ ਵਿੱਚ ਆਇਆ ਨਹੀਂ, ਆਪਣੇ ਆਪ ਨੂੰ ਨਾਗੇ ਸਾਧੂ ਕਹਾਉਂਦੇ ਨੇ। ਪਰ ਗੁਰਮਤਿ ਕਹਿੰਦੀ ਹੈ ਬਸਤਰ ਨਾ ਪਹਿਰੈ। ਜਿਨ੍ਹਾਂ ਨੇ ਹਜੇ ਤੱਕ ਕੋਈ ਸਰੀਰ ਤੇ ਬਸਤਰ ਨਹੀਂ ਨਾ ਪਹਿਨ ਕੀਤਾ, ਐਹਨਿਸ ਕਹਿਰੈ। ਗਰਮੀਆਂ ਦੇ ਵਿੱਚ ਤੇ ਉਹਨਾਂ ਦਾ ਸਰ ਜਾਂਦਾ, ਗਰਮੀਆਂ ਦੇ ਵਿੱਚ ਉਦਾਂ ਵੀ ਬਸਤਰ ਪਤਲੇ ਹੀ ਪਾਈਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਠੰਡ ਆਉਂਦੀ ਹੈ ਨਾ, ਕੋਰਾ ਪੈਂਦਾ ਹੈ, ਐਹਨਿਸ ਕਹਿਰੈ। ਫਿਰ ਠੰਡ ਦੇ ਵਿੱਚ ਦਿਨ ਰਾਤ ਬੜਾ ਠਰਦੇ ਨੇ। ਮੋਨ ਵੇਗੂਤਾ। ਕਈ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਈ ਮੋਨ ਧਾਰੀ ਨੇ, ਉਹ ਮੋਨ ਦੇ ਵਿੱਚ ਮੋਨ ਧਾਰਨ ਕਰਕੇ ਬੜਾ ਖਰਾਬ ਹੋਏ, ਅੰਦਰੋਂ ਮਨ ਨਹੀਂ ਟਿਕਿਆ। ਪਰ ਆਪਣੇ ਆਪ ਨੂੰ ਕਹਿੰਦੇ ਨੇ ਮੋਨ ਧਾਰੀ ਹਾਂ, ਅਸੀਂ ਬੋਲਣਾ ਨਹੀਂ ਮੁੱਖੋਂ ਕੁਝ। ਪਰ ਗੁਰਮਤਿ ਦਾ ਸਿਧਾਂਤ ਹੈ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਜਿੰਨਾ ਚਿਰ ਮਹਾਰਾਜ ਸਾਹਿਬ ਜੀ ਕਹਿੰਦੇ ਆਰਜਾ ਬਖਸ਼ੀ ਹੈ ਨਾ ਅਕਾਲ ਪੁਰਖ ਨੇ, ਉਹਨਾਂ ਚਿਰ ਕਿਸੇ ਨੂੰ ਗਿਆਨ ਦੇ, ਕੋਈ ਗਿਆਨ ਦੀ ਗੱਲ ਸੁਣਾ ਤੇ ਕਿਸੇ ਕੋਲੋਂ ਕੁਝ ਗਿਆਨ ਦੀ ਗੱਲ ਸੁਣ। ਪਰ ਸਤਿਗੁਰੂ ਜੀ ਕਹਿੰਦੇ ਕਈ ਇਹੋ ਜਿਹੇ ਨੇ ਸਾਰੀ ਉਮਰ ਹੀ ਮੌਨ ਧਾਰਨ ਕਰਕੇ ਰਹਿੰਦੇ ਨੇ, ਮੁੱਖੋਂ ਕੁਝ ਬੋਲਦੇ ਨਹੀਂ, ਕਿਸੇ ਕੋਲ ਕੁਝ ਸੁਣਦੇ ਨਹੀਂ, ਇਸ਼ਾਰੇ ਹੀ ਕਰੀ ਜਾਂਦੇ ਗੂੰਗਿਆਂ ਵਾਂਗੂ। ਕਿਉ ਜਾਗੈ ਗੁਰ ਬਿਨ ਸੂਤਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਇਹ ਜਿੰਨੇ ਤੀਰਥਾਂ ਤੇ ਭਰਮਣ ਵਾਲੇ, ਬੜੀਆਂ ਮਸਾਣੀਆਂ ਤੇ ਪੂਜਾ ਕਰਨ ਵਾਲੇ, ਦੀਵੇ ਜਗਾਉਣ ਵਾਲੇ, ਨੰਗੇ ਰਹਿਣ ਵਾਲੇ ਸਾਰੀ ਉਮਰ ਹੀ, ਸਤਿਗੁਰੂ ਜੀ ਕਹਿੰਦੇ ਕਿਉਂ ਜਾਗੈ ਗੁਰ ਬਿਨ ਸੂਤਾ। ਕਿਵੇਂ ਜਾਗ ਜਾਣਗੇ? ਇੰਨੀ ਤੇ ਅਗਿਆਨਤਾ ਦੀ ਮੈਲ ਬੜੀ ਇਹਨਾਂ ਦੇ ਅੰਦਰ, ਮਨ ਤੇ ਕਾਲਾ ਹੋਇਆ ਪਿਆ, ਦੂਜੇ ਭਾਏ ਪਿਆਰ ਲਾ ਲਾ ਕੇ, ਕਦੀ ਕਿਸੇ ਨੂੰ ਮੱਥਾ ਟੇਕਦਾ, ਕਦੀ ਕਿਸੇ ਨੂੰ। ਅਗਿਆਨ ਹੀ ਜਾਗਣਾ ਅੰਦਰ, ਗੁਰ ਬਿਨ ਸੂਤਾ। ਫਿਰ ਗੁਰੂ ਦਾ ਗਿਆਨ ਜਿਹੜਾ ਹੈ, ਦਿਨ ਰੂਪ ਸੂਰਜ ਗੁਰੂ ਦਾ, ਉਹ ਕਿਵੇਂ ਚੜ ਜਾਵੇ? ਜਿੰਨਾ ਚਿਰ ਅਗਿਆਨ ਹੈ, ਸਤਿਗੁਰੂ ਜੀ ਕਹਿੰਦੇ ਗੁਰੂ ਦੇ ਬਿਨਾਂ ਤੇ ਸੁੱਤੇ ਹੀ ਪਏ ਨੇ। ਪਗ ਉਪਤਾਣਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਈ ਇਹੋ ਜਿਹੇ ਨੇ ਕਿ ਚੱਪਲਾਂ ਨਹੀਂ ਪਾਉਂਦੇ, ਨੰਗੇ ਤੁਰੀ ਫਿਰਦੇ ਨੇ, ਨੰਗੇ ਪੈਰੀ ਤੁਰੀ ਫਿਰਦੇ ਨੇ। ਕਈ ਇਹੋ ਜਿਹੇ ਨੇ ਕਪਾਲ ਆਸਨ ਲਾ ਕੇ ਤਾਂ ਨੂੰ ਲੱਤਾਂ ਕਰਕੇ ਰਹਿੰਦੇ ਨੇ ਕਿ ਅਸੀਂ ਰੱਬ ਨੂੰ ਪਾਉਣਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਈ ਤੇ ਇਹੋ ਜਿਹੇ ਨੇ ਨੰਗੇ ਪੈਰੀ ਤੁਰੀ ਫਿਰਦੇ ਨੇ, ਕਈ ਜੋਗ ਮਤ ਦੇ ਵਿੱਚ ਵੜੇ ਨੇ। ਆਪਣਾ ਕੀਆ ਕਮਾਣਾ। ਸਤਿਗੁਰੂ ਜੀ ਕਹਿੰਦੇ ਉਹ ਕੋਈ ਜੋਗ ਹੀ ਨਹੀਂ, ਕਿਉਂਕਿ ਜਿਹੜਾ ਜੋਗ ਹੈ ਉਹ ਹੈ ਗੱਲੀ ਜੋਗ ਨਾ ਹੋਈ। ਇਹ ਗੱਲਾਂ ਬਾਤਾਂ ਦੇ ਨਾਲ ਕਦੀ ਜੋਗ ਨਹੀਂ ਹੁੰਦਾ। ਜੋਗ ਤੇ ਉਹ ਹੈ ਜਿਹੜਾ ਵਾਹਿਗੁਰੂ ਦੇ ਨਾਲ ਜੁੜ ਜਾਣਾ। ਅਸਲੀ ਜੋਗ ਦਾ ਅਰਥ ਹੀ ਉਹ ਹੈ ਕਿ ਰੱਬ ਦੇ ਨਾਲ ਜੁੜ ਜਾਣਾ, ਇੱਕਮਿਕ ਹੋ ਜਾਣਾ, ਉਹਨੂੰ ਜੋਗ ਕਹਿੰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਆਪਣਾ ਕੀਆ ਕਮਾਣਾ। ਉਹ ਕੋਈ ਸਾਧੂ ਨਹੀਂ, ਉਹਦੇ ਆਪਦਾ ਕੀਤਾ ਕਮਾ ਰਹੇ ਨੇ। ਜਿਹੋ ਜਿਹਾ ਭੇਖ ਕੀਤਾ ਉਹਨਾਂ ਨੂੰ, ਉਹ ਜਿਹਾ ਉਹਨਾਂ ਨੂੰ ਫਲ ਮਿਲਿਆ ਹੈ। ਪਰ ਸਾਡੇ ਮੂਰਖ ਲੋਕ ਕਹਿੰਦੇ ਨੇ ਕਿ ਉਹ ਤੇ ਨੰਗੇ ਪੈਰੀ ਫਿਰਦਾ, ਬੜਾ ਤਕੜਾ ਸਾਧੂ ਹੈ, ਉਹਨੂੰ ਤੇ ਠੰਡ ਹੀ ਨਹੀਂ ਲੱਗਦੀ, ਨਾ ਉਹਨੂੰ ਗਰਮੀ ਲੱਗਦੀ, ਜਿੱਥੇ ਮਰਜ਼ੀ ਤੁਰੀ ਫਿਰੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤੇ ਆਪਦੇ ਕਰਮ ਭੋਗ ਰਿਹਾ, ਕੋਈ ਸਾਧੂ ਨਹੀਂ ਕਹਿ ਸਕਦੇ ਉਹਨੂੰ, ਕੋਈ ਜੋਗੀ ਨਹੀਂ ਕਹਿ ਸਕਦੇ। ਜਿਹੜਾ ਪੁੱਠਾ ਲੰਘਿਆ ਤੇ ਉਹ ਸਾਧੂ ਜੋਗੀ ਹੈ, ਉਹ ਤੇ ਆਪਦੇ ਕਰਮਾਂ ਦੀ ਮਾਰ ਖਾਂਦਾ ਹੈ। ਅਲ ਮਲ ਖਾਈ ਸਿਰ ਛਾਈ ਪਾਈ। ਉਹ ਤੇ ਇਸ ਪ੍ਰਕਾਰ ਹਨ ਜਿਵੇਂ ਕਿਸੇ ਨੇ ਤਾਜੀ ਤਾਜੀ ਵਿਸ਼ਟਾ ਖਾਧੀ ਹੋਵੇ। ਮਲ ਖਾਈ ਕਹੀਏ ਕਿ ਮੈਲ ਰੂਪ ਨਿੰਦਿਆ ਖਾਧੀ ਹੋਵੇ ਜਿਸ ਨੇ, ਉਹ ਤੇ ਇਸ ਪ੍ਰਕਾਰ ਨੇ ਜਿਵੇਂ ਸਿਰ ਦੇ ਉੱਤੇ ਸਵਾਹ ਪਾਈ ਹੋਵੇ। ਮੂਰਖ ਅੰਧੈ ਪਤ ਗਵਾਈ। ਸਤਿਗੁਰੂ ਜੀ ਕਹਿੰਦੇ ਉਹ ਮੂਰਖ ਨੇ, ਅੰਨੇ ਨੇ, ਪਾਤੀ ਗਵਾ ਲਈ ਆਪਦੀ। ਇਸ ਲੋਕ ਦੇ ਵਿੱਚ ਤੇ ਪਤ ਬਣਾਉਣੀ ਸੀ ਉਹਨੇ, ਇਸ ਲੋਕ ਦੇ ਵਿੱਚ ਹੀ ਪਤ ਗਵਾ ਲਈ। ਫਿਰ ਪ੍ਰਲੋਕ ਦੇ ਵਿੱਚ ਕਿੱਥੇ ਥਾਂ ਮਿਲੇਗੀ? ਜਦੋਂ ਇਸ ਲੋਕ ਦੇ ਵਿੱਚ ਹੀ ਉਹਨੂੰ ਢੋਈ ਨਹੀਂ ਮਿਲੀ, ਇੱਥੋਂ ਰਹਿਣ ਵਾਲੇ ਲੋਕਾਂ ਨੇ ਉਹਨੂੰ ਸਾਂਭਿਆ ਨਹੀਂ, ਉਹ ਮੂਰਖ ਨੇ ਸਾਰੀ ਉਮਰ ਹੀ ਪਖੰਡੀ ਕਰੀ ਗਿਆ। ਕਦੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਪਿਆ, ਕਦੀ ਮੜੀਆਂ ਮਸਾਣੀਆਂ ਤੇ ਚੜਾ ਗਿਆ, ਕਦੀ ਕਿਤੇ ਕਦੀ ਕਿਤੇ, ਇੱਕ ਦੀ ਸਰਨ ਦੇ ਵਿੱਚ ਨਹੀਂ ਆਇਆ। ਕਦੀ ਲੱਤਾਂ ਤਾਹ ਨੂੰ ਕਰ ਲਈਆਂ, ਕਦੀ ਨੰਗੇ ਪੈਰੀਂ ਹੋ ਗਿਆ, ਕਦੀ ਤਣ ਤੇ ਕੋਈ ਵਸਤਰ ਨਹੀਂ ਪਹਿਨ ਕੀਤਾ,
ਕਦੀ ਮੂੰਹ ਤੋਂ ਚੁੱਪ ਹੋ ਗਿਆ ਕਿ ਮੈਂ ਮੋਨੀ ਬਣ ਗਿਆ, ਹੁਣ ਮੈਂ ਬੋਲਿਆ ਨਹੀਂ ਕਰਨਾ। 2 ਸਾਲ ਲੰਘੇ ਤੇ ਫਿਰ ਬੋਲਣ ਲੱਗ ਪਿਆ। ਬੜੇ ਜ਼ਿਆਦੇ ਭੇਖ ਕੀਤੇ। ਮਹਾਰਾਜ ਸਾਹਿਬ ਕਹਿੰਦੇ ਐਸੇ ਮੂਰਖ ਨੇ, ਅੰਨੇ ਨੇ, ਆਪਦੀ ਲੋਕ ਪਰਲੋਕ ਦੇ ਵਿੱਚ ਪਾਤਕ ਵਾਲੀ ਇੱਜ਼ਤ ਨਹੀਂ ਰਖਾਈ। ਵਿਣ ਨਾਵੈ ਕਿਛ ਥਾਏ ਨਾ ਪਾਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ, ਬਿਨਾਂ ਨਾਂ ਤੋਂ ਕਿਸੇ ਨੇ ਕੋਈ ਥਾਂ ਨਹੀਂ ਪਾਈ, ਨਾ ਕਿਸੇ ਨੂੰ ਥਾਂ ਮਿਲੀ ਹੈ ਬਿਨਾਂ ਨਾਮ ਤੋਂ। ਸਤਿਯੁਗ ਦੇ ਅੰਦਰ ਹਰਨਾਕਸ਼ ਵਰਗਾ ਰਾਖਸ਼ ਆਇਆ, ਪਰ ਥਾਂ ਕਿਹਨੂੰ ਮਿਲੀ? ਭਗਤ ਧਰੂਪ ਨੂੰ ਥਾਂ ਮਿਲੀ, ਪ੍ਰਹਿਲਾਦ ਨੂੰ, ਉਹਨੂੰ ਥਾਂ ਮਿਲੀ। ਰਾਜ ਭਾਗ ਕਿਹਨੂੰ ਮਿਲਿਆ? ਭਗਤ ਪ੍ਰਹਿਲਾਦ ਨੂੰ। ਹਰਨਾਕਸ਼ ਵਰਗੇ ਰਾਖਸ਼ ਨੂੰ ਨਹੀਂ ਥਾਂ ਮਿਲੀ। ਉਹਦਾ ਤੇ ਸੰਘਾਤ ਕਰਤਾ ਅਕਾਲ ਪੁਰਖ ਨੇ ਨਰ ਸਿੰਘ ਰੂਪ ਧਾਰਨ ਕਰਕੇ। ਇਸ ਕਰਕੇ ਸਤਿਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ, ਕਲਯੁਗ ਦੇ ਵਿੱਚ, ਆਦਿ ਕਾਲ ਤੋਂ ਹੀ ਮਹਾਰਾਜ ਸਾਹਿਬ ਜੀ ਆਪਣੇ ਭਗਤਾਂ ਦੀ ਲਾਜ ਥਾਂ ਰੱਖਦੇ ਆਉਂਦੇ ਨੇ। ਆਪਣੇ ਭਗਤਾਂ ਨੂੰ ਆਪ ਜਿਹੜਾ ਰਾਜ ਭਾਗ ਦਿੰਦੇ ਨੇ, ਕਿਉਂਕਿ ਭਗਤ ਦੀ ਪਦਵੀ ਸਭ ਤੋਂ ਉੱਚੀ ਮੰਨੀ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਵਿਦਵਾਨ ਹੋਵੇ, ਭਾਵੇਂ ਕੋਈ ਪੰਡਤ ਹੋਵੇ, ਜਿੰਨੀ ਕੋਈ ਮਰਜ਼ੀ ਡਿਗਰੀ ਹਾਸਲ ਕਰੀ ਫਿਰਦਾ ਹੋਵੇ, ਭਾਵੇਂ ਕੋਈ ਮੁੱਖ ਮੰਤਰੀ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਭਗਤ ਦਾ ਦਰਜਾ ਉੱਚਾ ਹੀ ਰਵੇ। ਅੱਜ ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਨਾਮ ਬੋਲਦਾ ਹੈ, ਭਗਤ ਦਾ ਨਾਮ ਬੋਲਦਾ ਹੈ ਸੰਤ ਜੀ। ਕਿਉਂਕਿ ਗੁਰਬਾਣੀ ਕਹਿੰਦੀ ਬਿਨਾਂ ਨਾਮ ਤੋਂ, ਵਾਹਿਗੁਰੂ ਦੇ ਨਾਂ ਤੋਂ ਕਿਸੇ ਨੂੰ ਥਾਂ ਨਹੀਂ। ਤੇ ਜਿਹਦੇ ਕੋਲ ਨਾਂ ਹੈ ਸਾਰੀ ਥਾਂ ਹੀ ਉਹਦੀ ਹੈ। ਸਗਲੀ ਧਰਤੀ ਸਾਧ ਕੀ, ਜਿੰਨੀ ਧਰਤੀ ਸਾਰੀ ਸਾਧੂ ਦੀ ਧਰਤੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਅੱਜ ਨਾਮ ਬੋਲਦਾ ਹੈ। ਹਰੇਕ ਜੀਵ ਦੇ ਘਰੇ ਫੋਟੋ ਲੱਗੀ ਹੈ ਸੰਤਾਂ ਦੀ। ਕਿਉਂ ਲੱਗੀ ਹੈ? ਕਿਉਂਕਿ ਸਗਲੀ ਧਰਤੀ ਸਾਧ ਕੀ, ਬਾਹਰ ਮਹਾਂਪੁਰਖਾਂ ਦਾ ਪ੍ਰਚਾਰ ਹੁੰਦਾ ਹੈ। ਸਗਲੀ ਧਰਤੀ ਸਾਧ, ਸਾਰੀ ਧਰਤੀ ਉਹ ਸਾਧੂ ਦੀ ਹੋ ਜਾਂਦੀ ਜਿਹੜਾ ਨਾਮ ਜਪਦਾ ਹੈ ਵਾਹਿਗੁਰੂ ਦਾ। ਜਿਹੜਾ ਤੁਰ ਪੈਂਦਾ ਹੈ ਨਾ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਜਿਹਨੇ ਆਪਦੇ ਮਨ ਅੰਦਰ ਇਹ ਧਾਰਨ ਕਰ ਲਿਆ ਕਿ ਸੱਚ ਬੋਲਣਾ, ਭਾਵੇਂ ਸਿਰ ਲੱਥਦਾ ਲੱਥ ਜੇ, ਬੰਦ ਕੱਟਿਆ ਜਾਵੇ ਕੋਈ ਚੱਕਰ ਨਹੀਂ, ਸਰੀਰ ਦਫਾੜ ਹੋ ਜਾਵੇ ਕੋਈ ਚੱਕਰ ਨਹੀਂ, ਖੋਪੜੀ ਲੱਥ ਜਾਵੇ, ਕਿਸੇ ਦਾ ਡਰ ਨਹੀਂ। ਇੱਕੋ ਹੀ ਹੈ ਬਸ, ਪਰਮੇਸ਼ਰ ਨਾ ਰੁੱਸ ਜਾਵੇ। ਕਿਉਂਕਿ ਗੁਰਮੁਖ ਜਨ ਪੜ੍ਹਦੇ ਨੇ ਨਾ, ਮੇਰਾ ਰੁੱਸਿਆ ਨਾ ਕਲਗੀਆਂ ਵਾਲਾ, ਭਾਵੇਂ ਸਾਰਾ ਜੱਗ ਰੁੱਸ ਜੇ। ਇਹ ਗੁਰਮੁਖ ਅੱਗੇ ਪੰਕਤੀਆਂ ਪੜ੍ਹਦੇ ਸੀ, ਹੁਣ ਤੇ ਪਤਾ ਨਹੀਂ ਪੜ੍ਹਦੇ ਕਿ ਨਹੀਂ, ਪਰ ਪਹਿਲੋਂ ਪ੍ਰੇਮ ਦੇ ਵਿੱਚ ਪੜ੍ਹਦੇ ਹੁੰਦੇ ਸੀ। ਕਿਤੇ ਕਲਗੀਧਰ ਮਹਾਰਾਜ ਨਾ ਰੁੱਸ ਜਾਣ। ਸੰਸਾਰ ਰੁੱਸਦਾ ਤੇ ਭਾਵੇਂ 100 ਵਾਰੀ ਰੁੱਸ ਜੇ। ਇਸ ਕਰਕੇ ਉਹ ਭਗਤਾਂ ਦੀ ਸਾਰੀ ਥਾਂ ਹੈ, ਪਰ ਜਿੰਨੇ ਨਾਮ ਨਹੀਂ ਨਾ ਜਪਿਆ ਉਹਦੇ ਵਾਸਤੇ ਕੋਈ ਥਾਂ ਨਹੀਂ। ਮਾਲਵੇ ਦੇਸ਼ ਵਿੱਚ ਡੱਲੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਪੀੜੀ ਜਿੰਨੀ ਥਾਂ ਦੇ ਦਿਓ ਸੱਚਖੰਡ ਵਿੱਚ। ਸਤਿਗੁਰੂ ਜੀ ਕਹਿੰਦੇ ਡੱਲਿਆ ਅੰਮ੍ਰਿਤ ਛਕ ਲਾ, ਭਾਵੇਂ ਮੰਜੇ ਜਿੰਨੀ ਥਾਂ ਲੈ ਲਈ, ਉਹਨਾਂ ਚਿਰ ਸੱਚਖੰਡ ਦੇ ਵਿੱਚ ਪੀੜੀ ਜਿੰਨੀ ਥਾਂ ਨਹੀਂ ਮਿਲਣੀ ਜਿੰਨਾ ਚ ਅੰਮ੍ਰਿਤ ਨਾ ਛਕਿਆ। ਵੇਖੋ ਸੰਗਤ ਜੀ, ਡੱਲਾ ਸਤਿਗੁਰਾਂ ਦਾ ਗੁਰਸਿੱਖ ਸੀ, ਜਾਨ ਵਾਰਦਾ ਸੀ ਮਹਾਰਾਜ ਸਾਹਿਬ ਜੀ ਦੇ ਉੱਤੋਂ, ਪਰ ਸਤਿਗੁਰਾਂ ਨੇ ਬਚਨ ਕਰ ਦਿੱਤਾ, ਭਾਵੇਂ ਤੂੰ ਗੁਰੂ ਦਰਬਾਰ ਦੇ ਵਿੱਚ ਆਉਣਾ, ਰੋਜ਼ ਆਉਣਾ ਹੈ, ਪਰ ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਨਾ ਛਕਿਆ ਉਹਨਾਂ ਚਿਰ ਤੈਨੂੰ ਪੀੜੀ ਜਿੰਨੀ ਥਾਂ ਵੀ ਨਹੀਂ ਮਿਲਣੀ। ਇਸ ਕਰਕੇ ਸੰਗਤ ਨੂੰ ਵੀ ਬੇਨਤੀ ਹੈ, ਸੰਗਤ ਜੀ ਭਾਵੇਂ ਗੁਰੂ ਦਰਬਾਰ ਆਉਂਦੇ ਹੋ ਬੜੀ ਚੰਗੀ ਗੱਲ ਹੈ, ਪਰ ਵੇਖ ਲਓ ਹੁਣ ਡੱਲੇ ਨੂੰ ਥਾਂ ਨਹੀਂ ਮਿਲੀ। ਥਾਂ ਕਦੋਂ ਮਿਲੀ? ਜਦੋਂ ਉਹਨੇ ਅੰਮ੍ਰਿਤ ਛਕਿਆ, ਡੱਲ ਸਿੰਘ ਬਣ ਗਿਆ। ਆਪਾਂ ਵੀ ਆਪਦੇ ਨਾਮ ਮਗਰ ਸਿੰਘ ਕੌਰ ਦੀ ਭਗਿਆਈ ਕਰਵਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਜਿਹਦੇ ਨਾਲ ਸਾਨੂੰ ਵੀ ਸੱਚਖੰਡ ਦੇ ਵਿੱਚ ਥਾਂ ਮਿਲੇ। ਕਿਉਂਕਿ ਬਿਨਾਂ ਨਾਮ ਤੋਂ ਤੇ ਕਿਸੇ ਨੂੰ ਥਾਂ ਨਹੀਂ ਪ੍ਰਾਪਤ। ਰਹਿ ਬੇਬਾਣੀ ਮੜੀ ਮਸਾਣੀ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਈ ਬੀਆ ਬਾਣ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ, ਬ੍ਰਿਛਾਂ ਦੇ ਥੱਲੇ, ਬ੍ਰਿਛਾਂ ਦੇ ਉੱਤੇ, ਬ੍ਰਿਛਾਂ ਦੇ ਵਿੱਚ ਰਹਿੰਦੇ ਨੇ, ਬੀਆ ਬਾਣ ਦੇ ਵਿੱਚ, ਜੰਗਲਾਂ ਦੇ ਵਿੱਚ ਭੜਕ ਰਹੇ ਨੇ। ਕਈ ਮੜੀਆਂ ਮਸਾਣੀਆਂ ਦੇ ਵਿੱਚ ਭੜਕ ਰਹੇ ਨੇ। ਅੰਤ ਨਾ ਜਾਣੈ ਫਿਰ ਪਛਤਾਣੀ। ਸਤਿਗੁਰੂ ਜੀ ਕਹਿੰਦੇ, ਹੁਣ ਤੇ ਕਹਿੰਦੇ ਨੇ ਕਿ ਸਾਡੀ ਉਹ ਫਕੀਰ ਨੇ ਬੜੀ ਜ਼ਿਆਦਾ ਸੁਣੀ। ਅਸੀਂ ਇੱਕ ਵਾਰੀ ਗਏ ਉਹਦੇ ਡੇਰੇ ਤੇ, ਸਾਡਾ ਤੇ ਮੁੰਡਾ ਠੀਕ ਹੋ ਗਿਆ, ਸਾਡਾ ਪੈਲੀ ਦਾ ਰੌਲਾ ਸੀ ਠੀਕ ਹੋ ਗਿਆ, ਪਰ ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਨਿੱਕੇ ਮੋਟੇ ਸੁੱਖ ਨੇ ਨਾ, ਅੰਧ ਨਾ ਜਾਣੈ। ਉਹਨਾਂ ਜੀਵ ਨਹੀਂ ਜਾਣਦਾ। ਇਹ ਤੇ ਨਿੱਕੇ ਮੋਟੇ ਸੁੱਖ ਜਿਹੜੇ ਨੇ ਤੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਨੂੰ ਮਿਲ ਜਾਂਦੇ ਨੇ।
ਇਹ ਰਿੱਧੀਆਂ ਸਦੀਆਂ ਤੇ ਸਾਧੂ ਦੇ ਦਰਬਾਰ ਤੇ ਤੁਰੀਆਂ ਫਿਰਦੀਆਂ ਨੇ। ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੈ। ਇੱਥੇ ਤੇ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਧ ਨਾ ਜਾਣਾ ਫਿਰ ਪਛਤਾਣੀ। ਉਹ ਅੰਨੇ ਜੀਵ ਇਹ ਨਹੀਂ ਜਾਣਦੇ ਜਿਨ੍ਹਾਂ ਕੋਲ ਅਸੀਂ ਗਏ, ਉਹ ਤੇ ਆਪ ਨਹੀਂ ਤਰੇ ਹਜੇ ਆਪ ਭੜਕ ਰਹੇ ਨੇ, ਆਪ ਹਜੇ ਕਬਰਾਂ ਦੇ ਵਿੱਚ ਬੰਦੀ ਨੇ ਕਬਰਾਂ ਦੇ ਵਿੱਚ। ਉਹ ਹਜੇ ਤੱਕ ਭਾਵੇਂ ਰਿੱਧੀਆਂ ਸਿੱਧੀਆਂ ਉਹਨਾਂ ਧਾਰਨ ਕਰ ਲਈਆਂ, ਪਰ ਰਿੱਧ ਸਿੱਧ ਅਵਰਾ ਸਾਧ। ਇਹ ਤੇ ਹੋਰ ਹੀ ਸਵਾਦ ਇਹਨਾਂ ਦਾ, ਕੋਈ ਬ੍ਰਹਮ ਗਿਆਨ ਵਾਲਾ ਸਵਾਦ ਨਹੀਂ ਇਹਨਾਂ ਦਾ। ਫਿਰ ਪਛਤਾਣੀ। ਉਹ ਜੀਵ ਇੱਕ ਵਾਰੀ ਤੇ ਉਹਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਪਰ ਬਾਅਦ ਚੋਂ ਪਛਤਾਉਂਦੇ ਨੇ ਜਦੋਂ ਅੰਤਲਾ ਵੇਲਾ ਆਉਂਦਾ ਹੈ। ਜਦੋਂ ਕਾਲੇ ਮੂੰਹ ਵਾਲੇ ਵੱਡੇ ਵੱਡੇ ਸਿੰਘਾਂ ਵਾਲੇ ਜੰਮ ਦਿਖਦੇ ਨੇ ਨਾ ਜੀਵ ਨੂੰ, ਫਿਰ ਡਰ ਲੱਗਦਾ ਹੈ ਕਿ ਸਾਰੀ ਉਮਰ ਕਿੱਥੇ ਭਟਕੀ ਗਿਆ, ਅੰਮ੍ਰਿਤ ਛਕ ਕੇ ਕਬਰਾਂ 'ਤੇ ਕਿਉਂ ਗਿਆ। ਹੁਣ ਪਛਤਾਉਣਾ ਪਵੇਗਾ, ਕਿਉਂਕਿ ਸੰਗਤ ਜੀ ਜਮਾਂ ਦਾ ਜਿਹੜਾ ਡੰਡ ਹੈ ਨਾ, ਇਹ ਬੜਾ ਵੱਡਾ ਦੁੱਖ ਮੰਨਿਆ ਹੈ। ਜੇ ਤੇ ਜਮਾਂ ਦੇ ਡੰਡ ਤੋਂ ਬਚਣਾ ਹੈ, ਸੱਚੇ ਦੀ ਸ਼ਰਨ ਲੱਗ ਜਾਓ। ਜੇ ਇੱਕ ਵਾਰੀ ਸਵਾਦ ਵੇਖਣਾ ਹੈ, ਸਵਾਦ ਦੇ ਅੱਗੇ ਵੀ ਬੜੀ ਵਾਰੀ ਵੇਖਿਆ, ਚੇਤਾ ਭੁੱਲਿਆ ਸਾਰਿਆਂ ਨੂੰ। ਕਿਉਂਕਿ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਜ਼ਮੀਨ ਕਰੰਗਾ। ਬੜੇ ਜਨਮ ਹੋ ਗਏ ਨੇ, ਇੱਕ ਜਨਮ ਨਹੀਂ ਹੋਇਆ। ਹੁਣ ਸਵਾਰ ਜਿਹਾ ਜਿਹਨੂੰ ਭੁੱਲ ਗਿਆ, ਉਹ ਤੇ ਭਾਈ ਮਾੜੇ ਕਰਮ ਕਰ ਲਓ, ਕਿਸੇ ਦੀ ਪੈਲੀ ਨੱਪ ਲਓ, ਕਿਸੇ ਨਾਲ ਧੱਕਾ ਕਰ ਲਓ, ਕਿਸੇ ਗਰੀਬ ਦੇ ਮੂੰਹ 'ਚ ਰੋਟੀ ਖੋਲੋ, ਕਿਸੇ ਦੀ ਚੁਗਲੀ ਨਿੰਦਿਆ ਕਰ ਲਓ, ਉਹ ਤੇ ਜਮਾਂ ਦਾ ਦੰਡ ਲੈ ਲਓ ਭਾਈ। ਪਰ ਜਿੰਨੇ ਪਛਤਾਉਣਾ ਨਹੀਂ ਅਖੀਰ ਤੇ, ਜਿਹਨੂੰ ਇਹ ਹੈ ਕਿ ਮੈਂ ਤਰਨਾ ਹੈ ਸੰਸਾਰ ਸਮੁੰਦਰ ਤੋਂ, ਗੁਰੂ ਨਾਨਕ ਦੇ ਚਰਨੀ ਲੱਗਣਾ ਹੈ, ਉਹ ਭਾਈ ਨਾਮ ਦੀ ਦਾਤ ਲੈ ਲਓ, ਉਹ ਅੰਮ੍ਰਿਤ ਛਕ ਲਓ। ਕਿਉਂਕਿ ਸਤਿਗੁਰਾਂ ਨੇ ਫਰਮਾਨ ਹੀ ਕਰ ਦਿੱਤਾ, ਅੰਧ ਨਾ ਜਾਣਾ। ਉਹ ਅੰਨਾ ਜੀਵ ਨਹੀਂ ਜਾਣਦਾ, ਫਿਰ ਪਛਤਾਣੀ। ਫਿਰ ਜਦੋਂ ਅਖੀਰਲਾ ਸਮਾਂ ਆਇਆ ਨਾ, ਉਦੋਂ ਪਛਤਾਵੇਗਾ, ਸਾਰੀ ਉਮਰ ਕਿੱਥੇ ਤੁਰੀ ਫਿਰਿਆ। ਸਤਿਗੁਰ ਭੇਟੇ ਸੋ ਸੁਖ ਪਾਏ। ਜਿਹਨੂੰ ਸਤਿਗੁਰਾਂ ਦੇ ਨਾਲ ਮਿਲਾਪ ਹੋ ਗਿਆ, ਗੁਰੂ ਨਾਨਕ ਸਰੂਪ ਅਕਾਲ ਪੁਰਖ ਦੇ ਦਰਸ਼ਨ ਹੋ ਗਏ, ਫਿਰ ਉਹਨੂੰ ਸੁਖ ਦੀ ਪ੍ਰਾਪਤੀ ਹੋਈ ਹੈ। ਹਰਿ ਕਾ ਨਾਮ ਮਨ ਵਸਾਏ। ਕਿਉਂਕਿ ਉਹਨੇ ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਆਪਦੇ ਮਨ ਦੇ ਵਿੱਚ ਵਸਾ ਲਿਆ, ਆਪਦੇ ਮਨ ਦੇ ਵਿੱਚ ਪੱਕਾ ਕਰ ਲਿਆ ਕਿ ਨਾਮ ਤੋਂ ਬਗੈਰ ਥਾਂ ਨਹੀਂ ਕੋਈ। ਜੇ ਕੋਈ ਧੀਆਂ ਪੁੱਤ ਹੈ, ਸਾਕ ਸੰਬੰਧੀ ਨੇ, ਇਹ ਸਾਰੇ ਝੂਠੇ ਨੇ। ਕਿਉਂਕਿ ਜਦੋਂ ਅਖੀਰਲਾ ਸਮਾਂ ਆਉਣਾ, ਕਿਸੇ ਨੇ ਬਾਂਹ ਨਹੀਂ ਫੜਨੀ। ਜੇ ਬਾਂਹ ਫੜਨੀ ਤੇ ਨਾਮ ਨੇ ਬਾਂਹ ਫੜਨੀ ਹੈ। ਭਾਵੇਂ ਹੁਣ ਜਿੰਨੇ ਮਰਜ਼ੀ ਲੱਗਦੇ ਨੇ, ਇਹ ਲੱਗਦੇ ਨੇ ਸਾਰੇ ਲਾਗੇ ਸੁੱਖ ਦੇ ਕਰਕੇ। ਜੇ ਜੀਵ ਦੇ ਕੋਲ ਕੋਈ ਧਾਰਨਾ ਨਾ ਹੋਵੇ, ਕੋਈ ਲਾਗੇ ਨਹੀਂ ਲੱਗਦਾ ਕਿ ਮੇਰੇ ਤੋਂ ਪੈਸੇ ਮੰਗ ਲੂਗਾ, ਕੋਈ ਧਾਰ ਸ਼ਮਾਰ ਮੰਗ ਲੂਗਾ। ਜਦੋਂ ਜੀਵ ਕੋਲ ਪੈਸੇ ਆ ਜਾਣ, ਮਾਇਆ ਦੀ ਬਹੂਲਤਾ ਵੱਧ ਜੇ, ਸਾਰੇ ਭੱਜੇ ਆਉਂਦੇ ਨੇ। ਪੁੱਤ ਵੀ ਆਉਂਦਾ, ਧੀ ਵੀ ਆਉਂਦੀ, ਸਾਕ ਸੰਬੰਧੀ ਵੀ ਆਉਂਦੇ ਨੇ ਕਿ ਮਾਇਆਧਾਰੀ ਹੈ, ਕਿਸੇ ਵਕਤ ਲੋੜ ਹੀ ਪੈ ਸਕਦੀ ਇਹਦੀ। ਪਰ ਜੇ ਕਿਸੇ ਕੋਲ ਮਾਇਆ ਨਾ ਹੋਵੇ, ਫਿਰ ਨਹੀਂ ਕੋਈ ਆਉਂਦਾ। ਜਿਨ੍ਹਾਂ ਨੇ ਨਾਮ ਜਪਿਆ, ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰ ਲਏ, ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਐ ਮਿੱਤਰਾ, ਐ ਜੀਵ, ਇਹ ਜਾਣ ਲਾ ਕਿ ਸੰਸਾਰ ਦੀ ਜਿਹੜੀ ਰਚਨਾ ਹੈ, ਸੰਸਾਰ ਦੇ ਵਿੱਚ ਜੀਵ ਨੇ ਸਾਰੇ ਝੂਠੇ ਨੇ, ਇਹ ਮੋਹ ਮਾਇਆ ਦੇ ਵਿੱਚ ਖਚਤ ਨੇ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰ ਲਏ, ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਆਪਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਗ੍ਰਹਿਣ ਕਰ ਲਿਆ, ਉਹਨਾਂ ਨੂੰ ਇਹ ਸਾਰੀ ਸੋਝੀ ਆ ਜਾਂਦੀ ਹੈ। ਨਾਨਕ ਨਦਰ ਕਰੇ ਸੋ ਪਾਏ। ਜਿੱਤੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ ਦੀ ਨਜ਼ਰ ਹੋ ਜਾਵੇ ਨਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ, ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ। ਉਹਨੂੰ ਪ੍ਰਾਪਤੀ ਕੀ ਹੁੰਦੀ ਹੈ ਕਿ ਜਿੰਨਾ ਆਸਾ ਮਨਸਾ ਹੈ ਸਾਡੇ ਅੰਦਰ, ਅੰਦੇਸੇ ਕਹੀਏ ਕਿ ਸੰਸੇ ਨੇ, ਸੰਸਾ ਰਹਿੰਦਾ ਹੈ, ਧੀਆਂ ਪੁੱਤਰਾਂ ਦਾ ਬੜਾ ਜ਼ਿਆਦਾ ਫਿਕਰ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ, ਜਿੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਹੋ ਗਈ ਹੈ ਅਕਾਲ ਪੁਰਖ ਦੀ, ਉਹਦੇ ਸਾਰੇ ਹੀ ਆਸੇ ਅੰਦੇਸੇ ਜਿੰਨੇ ਸੰਸੇ ਨੇ, ਇਹ ਨਹਿ ਕੇਵਲ ਕਹੀਏ ਕਿ ਸਾਰੇ ਹੀ ਨਾਸ਼ ਹੋ ਜਾਂਦੇ ਨੇ। ਨਹਿ ਕੇਵਲ ਕਹੀਏ ਕਿ ਉਹਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉਮੈ ਸ਼ਬਦ ਜਲਾਏ, ਜਿਹੜੀ ਹਉਮੈ ਦੀ ਸਾਡੇ ਅੰਦਰ ਹੱਗ ਲੱਗੀ ਹੈ ਕਿ ਹਉ ਮੈਂ, ਕੇਵਲ ਤੇ ਕੇਵਲ ਮੈਂ ਹਾਂ ਸੰਸਾਰ ਤੇ, ਬਾਕੀ ਸਾਰੇ ਝੂਠੇ ਨੇ। ਕਿਉਂਕਿ ਬੰਦੇ ਨੂੰ ਲੱਗਦਾ ਮੈਂ ਨਹੀਂ ਮਰਨਾ, ਬਾਕੀ ਸਾਰਿਆਂ ਨੇ ਮਰ ਜਾਣਾ। ਮੈਂ ਬੜਾ ਧਨ ਕਮਾਇਆ, ਮੈਂ ਪੈਸੇ ਦੇ ਜ਼ੋਰ ਤੇ ਜੀ ਲਾਂਗਾ। ਹੋਰ
ਜੀਵ ਆਪਦੇ ਅੰਦਰ ਹਉਮੈ ਦੀ ਹੰਤਾ ਮਮਤਾ ਰੱਖਦਾ ਹੈ, ਪਰ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਿੱਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਗਈ ਇੱਕ ਵਾਰੀ, ਉਹਦੇ ਜਿੰਨੇ ਆਸਾਂ ਨੇ, ਸੰਸੇ ਨੇ, ਹਉਮੈ ਦੀ ਅੱਗ ਲੱਗੀ ਅੰਦਰ, ਇਹ ਗੁਰੂ ਦੇ ਸ਼ਬਦ ਦੇ ਨਾਲ ਸਾਰੀ ਸੜ ਜਾਂਦੀ ਹੈ। ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਜਿਨ੍ਹਾਂ ਦੇ ਅੰਦਰੋਂ ਹਉਮੈ ਦੀ ਮੈਲ ਸੜ ਗਈ, ਉਹ ਕੀ ਸਰੂਪ ਹੋ ਗਏ? ਭਗਤ ਸਰੂਪ ਹੋ ਗਏ। ਫਿਰ ਭਗਤਾਂ ਦੀ ਬਾਬਤ ਸਤਿਗੁਰੂ ਜੀ ਫਰਮਾਨ ਕਰਦੇ ਨੇ, ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਭਗਤ ਉਹ ਨੇ ਜਿਹੜੇ ਆਪ ਜੀ ਨੂੰ ਭਾਉਂਦੇ ਨੇ ਵਾਹਿਗੁਰੂ ਜੀ। ਜਿਵੇਂ ਸੰਗਤ ਜੀ ਆਪ ਗੁਰੂ ਗ੍ਰੰਥ ਸਾਹਿਬ ਨੂੰ ਭਾਏ, ਉਹ ਸਾਰੇ ਭਗਤ ਬੈਠੇ ਹੋਏ, ਇੱਥੇ ਭਗਤ ਮੰਡਲੀ ਬੈਠੀ ਹੈ। ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਚੰਗੇ ਲੱਗਦੇ ਨੇ, ਉਹਨਾਂ ਨੂੰ ਆਪਦੇ ਘਰੇ ਸੱਦਦੇ ਨੇ। ਕੋਈ ਦੁੱਕੀ ਤਿੱਕੀ ਨੂੰ ਨਹੀਂ ਸੱਦਦੇ, ਕੱਚੇ ਪਿੱਲੇ ਨੂੰ ਆਪਦੇ ਘਰ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸੱਦਦੇ। ਜਿੱਥੇ ਮਹਾਰਾਜ ਸਾਹਿਬ ਦੀ ਮਿਹਰ ਹੋਵੇ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬਹਿੰਦਾ, ਕੋਈ ਹੋਰ ਨਹੀਂ ਬਹਿ ਸਕਦਾ। ਜਿੱਤੇ ਸਤਿਗੁਰੂ ਜੀ ਕਿਰਪਾ ਮਿਹਰਾਮਤ ਕਰ ਦੇਣ, ਉਹਨੂੰ ਭਗਤੀ ਦਾ ਦਰਜਾ ਮਿਲਦਾ ਹੈ। ਦਰ ਸੋਹਣ ਕੀਰਤ ਗਾਵਦੇ, ਉਹ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਬੜੇ ਸੋਹਣੇ ਲੱਗਦੇ ਨੇ, ਬੜੇ ਸੋਭਨੀਕ ਨੇ ਜਿਹੜੇ ਕੀਰਤੀ ਗਾਉਂਦੇ ਨੇ। ਨਾਨਕ ਕਰਮਾ ਬਾਹਰੇ, ਦਰ ਢੋ ਨਾ ਲਹਿਨੀ ਧਾਵਦੇ। ਤੇ ਜਿਹੜੇ ਕਰਮਾਂ ਤੋਂ ਬਾਹਰੇ ਨੇ, ਜਿਨ੍ਹਾਂ ਨੂੰ ਕੋਈ ਕਰਮ ਨਹੀਂ, ਭਾਵ ਕਿ ਮਾੜੇ ਹੀ ਕਰਮ ਕੀਤੇ, ਚੰਗਾ ਕਰਮ ਕੋਈ ਵੀ ਨਹੀਂ ਕੀਤਾ, ਚੰਗੇ ਕਰਮਾਂ ਤੋਂ ਬਾਹਰ ਨੇ ਅਜੇ, ਦਰ ਢੋ ਨਾ ਲਹਿਨੀ ਧਾਵਦੇ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੇ ਦਰਬਾਰ ਦੇ ਅੰਦਰ ਕੋਈ ਢੋਈ ਨਹੀਂ, ਜਿੱਥੇ ਮਰਜ਼ੀ ਭੜਕੀ ਜਾਣ। ਫਿਰ ਤੇ ਧਾਵਦੇ ਕਹੀਏ ਕਿ 84 ਲੱਖ ਜੂਨ ਦੇ ਵਿੱਚ ਭੜਕਦੇ ਫਿਰਦੇ ਨੇ। ਜਿਹੜੇ ਕਰਮਾਂ ਤੋਂ ਬਾਹਰ ਹੀ ਨਹੀਂ ਨਾ ਜੀਵ, ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਮਹੀਨੇ ਬਾਅਦ ਸੰਗਰਾਂਦ ਦਾ ਦਿਹਾੜਾ ਆਉਂਦਾ, ਉਦੋਂ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ। ਕਈ ਹੈਗੇ ਨੇ ਜੀਵ ਕਿ ਕਿਸੇ ਨੂੰ ਵੀ ਨਹੀਂ ਮੰਨਦੇ, ਗੁਰੂ ਕੋਈ ਵੀ ਨਹੀਂ ਧਾਰਨ ਕੀਤਾ, ਤੇ ਭੜਕੀ ਫਿਰਦੇ ਨੇ 84 ਲੱਖ ਜੂਨਾਂ ਦੇ ਵਿੱਚ। ਨਾਸਤਕ ਆਏ ਤੇ ਨਾਸਤਕ ਹੀ ਚਲੇ ਗਏ, ਕੋਈ ਕਰਮ ਨਹੀਂ ਕਮਾਇਆ। ਕੀ ਕਰਮ ਕਮਾਇਆ? ਕਿ ਠੱਗੀ ਕਰ ਲਈ ਕਿਸੇ ਨਾਲ, ਕਿਸੇ ਦੇ ਪੈਸੇ ਨੱਪ ਲਏ, ਮਾੜਾ ਕਰਮ ਕਰ ਲਿਆ, ਦੂਜੇ ਭਾਏ ਪਿਆਰ ਰੱਖਿਆ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਹ ਕਰਮ ਕੀਤੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਦਰਬਾਰ ਦੇ ਅੰਦਰ ਕੋਈ ਢੋਈ ਨਹੀਂ ਮਿਲਦੀ, ਜਗ੍ਹਾ ਨਹੀਂ ਮਿਲਦੀ, 84 ਲੱਖ ਜੂਨਾਂ ਦੇ ਵਿੱਚ ਭਰਮਦੇ ਹਨ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏ ਜੇ। ਉਹ ਜਿਹੜੇ ਨੇ ਉਹ ਆਪਦੇ ਮੂਲ ਨੂੰ ਤੇ ਬੁੱਝਦੇ ਨਹੀਂ, ਅਸੀਂ ਆਏ ਕਿੱਥੋਂ। ਆਪਦਾ ਮੂਲ ਰੱਖਦੇ ਨੇ ਕਿ ਮੇਰਾ ਪਿਓ ਹੀ ਮੇਰਾ ਮੂਲ ਹੈ, ਜਿੱਥੋਂ ਮੈਂ ਜਨਮਿਆ ਮੇਰੇ ਮਾਤਾ ਪਿਤਾ ਹੀ ਮੇਰਾ ਮੁੱਢ ਨੇ। ਪਰ ਉਹ ਜੀਵ ਇਹ ਨਹੀਂ ਜਾਣਦਾ ਕਿ ਜਿੱਥੋਂ ਮੈਂ ਆਇਆ ਹਾਂ ਉਹ ਮੇਰਾ ਮੁੱਢ ਅਸਲੀ ਹੈ। ਕਹੋ ਕਬੀਰ ਇਹ ਬ੍ਰਹਮ ਕੀ ਅੰਸ, ਉਹਨੂੰ ਜੀਵ ਨੂੰ ਭੁੱਲੇ ਨੂੰ ਅੰਨੇ ਨੂੰ ਇਹ ਨਹੀਂ ਪਤਾ ਕਿ ਸਾਡਾ ਮੁੱਢ ਅਕਾਲ ਪੁਰਖ ਹੈ, ਅਸੀਂ ਸਾਰੇ ਅਕਾਲ ਪੁਰਖ ਦੀ ਅੰਸ਼ ਹਾਂ। ਅੰਸ਼ ਕਿੰਨੀ ਕੁ ਹੁੰਦੀ ਹੈ? ਕਹਿੰਦੇ ਨੇ ਜਿੰਨਾ ਕੁ ਸਰੋਂ ਦਾ ਦਾਣਾ ਹੁੰਦਾ ਹੈ, ਸਰੋਂ ਦੇ ਦਾਣੇ ਦਾ 10ਵਾਂ ਹਿੱਸਾ ਹੁੰਦਾ ਹੈ ਰਾਈ, ਰਾਈ ਦਾ 10ਵਾਂ ਹਿੱਸਾ ਅੰਸ਼ ਮੰਨਿਆ ਜਾਂਦਾ ਹੈ। ਉਹਨੂੰ ਮਨੁੱਖੀ ਅੱਖ ਨਹੀਂ ਵੇਖ ਸਕਦੀ, ਉਹ ਪੈਰੀਸਕੋਪ ਦੇ ਨਾਲ ਜਿਹੜਾ ਡੂੰਘਾ ਜਿਹਾ ਕਰਕੇ ਵੇਖੀਦਾ, ਛੋਟੀ ਚੀਜ਼ ਵੱਡੀ ਦਿਸਣ ਲੱਗ ਪੈਂਦੀ ਹੈ, ਉਹਦੇ ਨਾਲ ਵੇਖਣਾ ਪੈਂਦਾ ਹੈ। ਇਸ ਕਰਕੇ ਇੰਨੀ ਕੁ ਅੰਸ਼ ਹਾਂ ਆਪਾਂ ਅਕਾਲ ਪੁਰਖ ਦੀ। ਬਾਕੀ ਵੇਖ ਲਓ ਬ੍ਰਹਿਮੰਡ ਕਿੱਡਾ ਵੱਡਾ ਹੈ। ਅਸੀਂ ਜਿਹੜੇ ਬੜੇ ਕਹਿੰਦੇ ਕਿ ਬੜੇ ਧਨੀ ਹਾਂ, ਬੜੇ ਬਲੀ ਪੁਰਸ਼ਾਂ, ਬਲਵਾਨ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕਰਤਾ ਕਿ ਬਾਹਲੀ ਛੋਟੀ ਅੰਸ਼ ਹਾਂ ਅਕਾਲ ਪੁਰਖ ਦੀ। ਅਸੀਂ ਸਮਝਦੇ ਸਾਡਾ ਤੇ ਆਕਾਰ ਹੀ ਬੜਾ ਵੱਡਾ, ਪਰ ਜਿੰਨਾ ਅਕਾਲ ਪੁਰਖ ਦਾ ਪਸਾਰਾ ਹੈ ਨਾ, ਉਹਦੇ ਬਰਾਬਰ ਅਸੀਂ ਅੰਸ਼ ਦੀ ਮਾਤਰ ਹਾਂ, ਜਿਹੜੀ ਆਮ ਤੌਰ ਤੇ ਦਿਸਦੀ ਵੀ ਨਹੀਂ, ਜਿਹੜੀ ਵੇਖਣੀ ਵੀ ਪੈਰੀਸਕੋਪ ਦੇ ਨਾਲ ਪੈਂਦੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਮੂਲ ਨਾ ਪੁੱਜਣਾ ਆਪਣਾ। ਜਿਨ੍ਹਾਂ ਨੇ ਆਪਦਾ ਮੂਲ ਨਹੀਂ ਪੁੱਜਿਆ ਕਿ ਅਸੀਂ ਅਕਾਲ ਪੁਰਖ ਦੀ ਅੰਸ਼ ਹਾਂ, ਅਣਹੋਂਦਾ ਆਪ ਗਣਾਏ ਦੇ, ਆਪਣੇ ਆਪ ਨੂੰ ਸਮਝਦੇ ਨੇ ਅਸੀਂ ਬੜੇ ਗੁਣਾਂ ਵਾਲੇ ਹਾਂ, ਅਣਹੋਏ ਗੁਣਾਂ ਵਾਲੇ ਸਮਝਦੇ, ਹੁੰਦੇ ਨਹੀਂ ਗੁਣਾਂ ਵਾਲੇ, ਪਰ ਆਪਣੇ ਆਪ ਨੂੰ ਗੁਣਵਾਨ ਸਮਝਦੇ ਹਨ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਜੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਅਸੀਂ ਤੇ ਢਾਡੀ ਹਾਂ ਨੀਚ ਜਾਤ ਵਾਲੇ। ਨੀਚ ਜਾਤ ਕਹੀਏ ਕਿ ਨਿਮਰਤਾ ਦੀ ਜਾਤ ਨੀਚ, ਕਿਉਂਕਿ
ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕੈ ਰੀਸ। ਜਿੱਥੈ ਨੀਚ ਸਮਾਲੀ ਆ ਨਾ, ਤਿੱਥੈ ਨਦਰ ਤੇਰੀ ਬਖਸ਼ੀਸ। ਜਿਹਨੇ ਆਪਦਾ ਮਨ ਨੀਵਾਂ ਕਰ ਲਿਆ ਨਾ ਤੇ ਮੱਤ ਉੱਚੀ ਕਰ ਲਈ। ਰੋਜ਼ ਗੁਰਸਿੱਖ ਅਰਦਾਸ ਦੇ ਵਿੱਚ ਮੰਗਦੇ ਨੇ ਕਿ ਸਤਿਗੁਰੂ ਜੀ ਆਪ ਜੀ ਕੇ ਖਾਲਸੇ ਦਾ ਮਨ ਨੀਵਾਂ ਤੇ ਮੱਤ ਉੱਚੀ ਰੱਖਣੀ, ਕਿਰਪਾ ਮਿਹਰਾਮਤ ਕਰਨੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਇਹ ਗੁਰਸਿੱਖ ਅਰਦਾਸ ਕਰਦੇ ਨੇ ਰੋਜ਼। ਇਸ ਕਰਕੇ ਗੁਰਮਤਿ ਦਾ ਸਿਧਾਂਤ ਹੈ ਕਿ ਮਨ ਨੂੰ ਨੀਵਾਂ ਰੱਖਣਾ, ਹੰਕਾਰੀ ਵਿਕਾਰੀ ਨਾ ਬਣਾਉਣਾ। ਸਤਿਗੁਰੂ ਜੀ ਕਹਿੰਦੇ ਅਸੀਂ ਤੇ ਉਹਦੇ ਦਰਬਾਰ ਦੇ ਢਾਡੀ ਹਾਂ, ਜਸ ਗੁਣ ਵਾਲੇ। ਨਿਮਰਤਾ ਦੀ ਸਾਡੀ ਜਿਹੜੀ ਜਾਤ ਹੈ, ਹੋਰ ਉੱਤਮ ਜਾਤ ਸਦਾਏ ਦੇ। ਹੋਰ ਜਿਹੜੇ ਹੰਕਾਰੀ ਬ੍ਰਾਹਮਣ ਪੰਡਤ ਨੇ, ਸਾਰੇ ਉੱਚੀ ਜਾਤੀ ਨੂੰ ਸਦਾਉਂਦੇ ਨੇ। ਤਿਨ ਮੰਗਾ ਜੇ ਤੁਝੈ ਧਿਆਏ ਦੇ। ਪਰ ਉਹ ਹੰਕਾਰੀ ਵਿਕਾਰੀ ਨੇ, ਸਤਿਗੁਰੂ ਜੀ ਕਹਿੰਦੇ, ਜਿਹੜੇ ਕਹਿੰਦੇ ਨੇ ਅਸੀਂ ਉੱਚੀ ਜਾਤੀ ਵਾਲੇ ਬਾਹਮਣ ਹਾਂ। ਹਜੇ ਵੀ ਕਈਆਂ ਦਾ ਰੱਟਾ ਚੱਲਦਾ ਹੈ ਕਿ ਸਾਡੀ ਜਾਤੀ ਉੱਚੀ ਹੈ, ਕਈਆਂ ਦੀ ਨੀਵੀਂ ਹੈ। ਪਰ ਕਲਗੀਧਰ ਮਹਾਰਾਜ ਨੇ ਜਾਤ ਪਾਤ ਭਾਈ ਮੇਟੀ ਹੈ, ਕੋਈ ਜਾਤ ਪਾਤ ਨਹੀਂ ਰੱਖੀ, ਕੋਈ ਫਰਕ ਨਹੀਂ ਰੱਖਿਆ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ, ਸਾਰਿਆਂ ਨੂੰ ਇੱਕੋ ਲੈਣ ਦੇ ਵਿੱਚ, ਇੱਕੋ ਪੰਕਤ ਦੇ ਵਿੱਚ ਭਾ ਕੇ ਅੰਮ੍ਰਿਤ ਛਕਾਇਆ ਜਾਂਦਾ, ਇੱਕੋ ਬਾਟੇ ਦੇ ਵਿੱਚ। ਜਾਤ ਪਾਤ ਸਾਰੀ ਮਿਟਾ ਦਿੱਤੀ ਗੁਰਮਤਿ ਨੇ। ਜਿਹੜੇ ਕਹਿੰਦੇ ਅਸੀਂ ਉੱਤਮ ਜਾਤ ਦੇ ਹਾਂ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਹੰਕਾਰੀ ਵਿਕਾਰੀ ਨੇ। ਤਿੰਨ ਮੰਗਾ ਜੇ ਤੁਝੈ ਧਿਆਏ ਦੇ। ਸਤਿਗੁਰੂ ਜੀ ਕਹਿੰਦੇ ਅਸੀਂ ਤੇ ਉਹਨਾਂ ਨੂੰ ਹੀ ਮੰਗਦੇ ਹਾਂ, ਉਹਨਾਂ ਦੀ ਚਰਨ ਸ਼ਰਨ ਮੰਗਦੇ ਹਾਂ, ਜੇ ਤੁਝੈ ਧਿਆਏ ਦੇ, ਜਿਹੜੇ ਆਪ ਜੀ ਨੂੰ ਧਿਆਉਂਦੇ ਨੇ। ਇਸ ਕਰਕੇ ਆਓ ਆਪਾਂ ਵੀ 2 ਮਿੰਟ ਵਾਹਿਗੁਰੂ ਨੂੰ ਧਿਆਈਏ। ਕਿਰਪਾ ਮਿਹਰਾਮ ਕਰਨ ਸਤਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਨਾਮ ਦੇ ਨਾਲ ਜੁੜਨ ਦੀ ਲੋੜ ਹੈ। ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਨਾਮ ਦੇ ਲੜ ਲੱਗ ਜਾਓ। ਅੱਗੇ ਸਮਝਦੇ ਸੀ ਘਰੇ ਬਾਬੇ ਐਵੇਂ ਰੌਲਾ ਪਾਈ ਜਾਂਦੇ ਨੇ, ਪਰ ਵੇਖ ਲਓ ਸੰਗਤ ਜੀ, ਅੱਜ ਨਾਵੇਂ ਸਲੋਕ ਦੇ ਅੰਦਰ ਸਤਿਗੁਰਾਂ ਨੇ ਸਾਰੇ ਭੇਦ ਖੋਲ੍ਹਤੇ ਕਿ ਜੇ ਮੜੀ ਮਸਾਣੀਆਂ ਤੇ ਜਾਵਾਂਗੇ ਦੁੱਖ ਆਪ ਨੂੰ ਹੈ। ਜੇ ਵੱਖਰੇ ਵੱਖਰੇ ਲਿਬਾਸ ਪਹਿਨਾਂਗੇ ਨਾ, ਕਦੀ ਤਾਂ ਗੁਰਸਿੱਖ ਬਣ ਗਏ ਤੇ ਕਦੀ ਫੈਸ਼ਨਦਾਰ ਬਣ ਗਏ, ਟੌਰੀ ਬਣ ਗਏ। ਮਨ ਦੇ ਕੰਨਾਂ ਦੇ ਵਿੱਚ ਮੁੰਦਰਾ ਪਾ ਲਈਆਂ, ਨੱਕਾਂ ਦੇ ਵਿੱਚ ਨੱਥ ਪਾ ਲਈ। ਸਤਿਗੁਰੂ ਜੀ ਕਹਿੰਦੇ ਕਦੀ ਤੇ ਕੋਈ ਭੇਸ ਧਾਰਨ ਕਰ ਲਿਆ, ਕਦੀ ਕੋਈ। ਫਿਰ ਦੁੱਖ ਹੀ ਦੁੱਖ ਨੇ ਸੰਗਤ ਜੀ। ਇਸ ਕਰਕੇ ਕਲਗੀਧਰ ਦਾ ਬਾਣਾ ਮਹਾਰਾਜ ਨੇ ਬਖਸ਼ਿਆ ਹੈ, ਉਹਨੂੰ ਗ੍ਰਹਿਣ ਕਰੋ। ਹਉ ਤੇ ਹਉਮੈ ਨੂੰ ਤਿਆਗੋ, ਜਾਤਾਂ ਪਾਤਾਂ ਸਾਰਿਆਂ ਨੂੰ ਤਿਆਗੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਉੱਤਮ ਜਾਤੀ ਤੇ ਖਾਲਸੇ ਪੰਥ ਦੀ ਹੈ, ਸਾਰੇ ਇੱਕੋ ਜਾਤੀ ਦੇ ਵਿੱਚ ਆਓ। ਹੰਕਾਰ ਵਿਕਾਰ ਨੂੰ ਤਿਆਗ ਕੇ, ਭੇਖਾਂ ਨੂੰ ਪਖੰਡਾਂ ਨੂੰ ਤਿਆਗ ਕੇ, ਵਰਤਾਂ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਬੜੀ ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ। ਸਾਡੇ ਜਿੰਨੇ ਸੰਕੇ ਸੀ ਸਾਰੇ ਨਿਰਵਿਰਤ ਕਰਦੇ। ਹੁਣ ਜਿੰਨੇ ਨਹੀਂ ਮੰਨਣਾ ਉਹ ਕਰਮਾਂ ਦੀ ਮਾਰ ਸਹਿ ਲੇ, ਤੇ ਜਿੰਨੇ ਮੰਨਣੇ ਉਹ ਸੱਚਖੰਡ ਨੂੰ ਜਾ ਸਕਦਾ ਭਾਈ। ਉਹਦੇ ਵਾਸਤੇ ਬੂਹੇ ਖੁੱਲ੍ਹ ਜਾਣਗੇ, ਪਰ ਕੋਈ ਮੰਨ ਕੇ ਵੇਖੇ ਤਾਂ। ਇਸ ਕਰਕੇ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਅਖੀਰਲੀਆਂ ਪੰਕਤੀਆਂ ਪ੍ਰੇਮ ਸਤਿਕਾਰ ਦੇ ਨਾਲ ਪੜ੍ਹੀਏ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ।
ਤਿਨ ਮੰਗਾ ਜਿਤ ਜੈ ਧਿਆਏ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕਾ। ਹੇ ਅਪਰੰਪਰ ਹਰਿ ਹਰਿ, ਹੈ ਭੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸੁਰ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਸਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨਾ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੋ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੋ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ,